ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਚੌਪਈ ਹੈ ਅਧੀਨ ਬਾਸ਼ਨਾ ਨਰ ਸਭ ਯਾਂ ਤੇ ਜਨਮ ਧਰਤ ਪੁਨ ਪੁਨ ਤਬ ਜਨਮ ਮਰਨ ਬਹੁਤ ਦੁਖ ਪਾਵੈ ਬਾਰ ਬਾਰ ਆਵੈ ਜਗ ਜਾਵੈ ਹੈ ਅਧੀਨ ਬਾਸ਼ਨਾ ਨਰ ਸਭ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਸਦਕਾ ਮਹਾਨ ਸੂਰਬੀਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਤਿਨਾਂ ਦੇ ਅਸਥਾਨਾਂ ਵਿਖੇ ਸ਼ਾਮਾਂ ਦੇ ਵੇਲੇ ਦੇ ਅੰਮ੍ਰਿਤਮਈ ਦੀਵਾਨ ਸਜੇ ਹਨ। ਗੁਰ ਇਤਿਹਾਸ ਦੀ ਕਥਾ ਵਾਰਤਾ ਦਾ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ, ਜੋ ਕਿ ਮਹਾਨ ਸਤਿਗੁਰੂ ਸਭਨਾਂ ਦੇ ਸਾਂਝੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਪਾਂ ਜੀਵਨ ਕਾਲ ਉਹਨਾਂ ਦੇ ਕੌਤਕ ਸੁਣ ਰਹੇ ਹਾਂ। ਜੋ ਮਹਾਰਾਜ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਬਾਬੇ ਚਾਰੇ ਚਾਰ ਚੱਕ ਨਵਖੰਡ ਪ੍ਰਿਥਵੀ ਸੱਚਾ ਢੋਵਾ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਐਸੇ ਸਤਿਗੁਰਾਂ ਨੇ ਜੋ ਨਵਾਂ ਖੰਡਾਂ ਦਾ ਰਟਨ ਕਰਕੇ ਜੋ ਸੱਚੇ ਨਾਮ ਵਾਹਿਗੁਰੂ ਦੀਆਂ ਦਾਤਾਂ ਸਭਨਾਂ ਨੂੰ ਬਖਸ਼ੀਆਂ, ਉਹ ਪ੍ਰਸੰਗ ਆਪਾਂ ਸੁਣਦੇ ਪਏ ਸੀ ਪਿੱਛੇ ਕਿ ਇੱਕ ਇਹੋ ਜਿਹੀ ਜਗ੍ਹਾ 'ਤੇ ਸਤਿਗੁਰੂ ਗਏ ਜਿੱਥੇ ਕਿ ਲੋਕ ਜਦੋਂ ਉਹਨਾਂ ਘਰ ਕੋਈ ਬੱਚਾ ਜਨਮਦਾ ਉਹ ਰੋਂਦੇ, ਅਤੇ ਜਦੋਂ ਕੋਈ ਬੰਦਾ ਅਕਾਲ ਚਲਾਣਾ ਕਰਦਾ ਉਦੋਂ ਉਹ ਬੜੇ ਹੱਸਦੇ, ਤਰ੍ਹਾਂ ਤਰ੍ਹਾਂ ਦੇ ਫਿਰ ਢੋਲ ਵਜਾਉਂਦੇ, ਨਫੀਰੀਆਂ ਵਜਾਉਂਦੇ, ਵਾਜੇ ਵਜਾਉਂਦੇ, ਬਹੁਤ ਜ਼ਿਆਦਾ ਨੱਚਦੇ ਟੱਪਦੇ। ਜਦੋਂ ਕੋਈ ਜੀਵ ਮਰ ਜਾਂਦਾ ਉਹ ਕਿਰਿਆ ਕਰਦੇ ਸੀ। ਸਾਰਾ ਕੁਛ ਵਾਰਤਾ ਉਹਨਾਂ ਕੋਲੋਂ ਸੁਣ ਕੇ ਅਤੇ ਸਤਿਗੁਰੂ ਜੀ ਨੇ ਪੁੱਛਿਆ
ਵੀ ਇਹ ਸਾਰਾ ਕੁਛ ਤੁਸੀਂ ਕਿਉਂ ਕਰਦੇ? ਕਹਿਣ ਲੱਗੇ, ਅਸੀਂ ਇਹ ਮਨ ਵਿੱਚ ਸੋਚਦੇ ਹਾਂ ਕਿ ਜਦੋਂ ਜੀਵ ਦਾ ਜਨਮ ਹੁੰਦਾ, ਖੌਰੇ ਇਹ ਵਾਹਿਗੁਰੂ ਤੋਂ ਵਿਛੜ ਜਾਂਦਾ ਹੋਵੇਗਾ, ਤਾਂ ਕਰਕੇ ਅਸੀਂ ਰੋਂਦੇ ਹਾਂ। ਅਤੇ ਜਦੋਂ ਇਹ ਸਰੀਰ ਤਿਆਗ ਦਿੰਦਾ, ਅਸੀਂ ਮਨ ਵਿੱਚ ਇਹ ਠਾਣਦੇ ਹਾਂ ਹੁਣ ਜੀਵ ਦਾ ਮਿਲਾਪ ਵਾਹਿਗੁਰੂ ਨਾਲ ਜ਼ਰੂਰ ਹੋ ਗਿਆ ਹੋਵੇਗਾ। ਸਤਿਗੁਰੂ ਕਹਿਣ ਲੱਗੇ, ਤੁਹਾਨੂੰ ਅਨੁਭਵ ਹੈ ਇਹ ਗੱਲ ਦਾ? ਤੁਸੀਂ ਇਹ ਗੱਲ ਮਨ ਵਿੱਚ ਜਾਣੀ ਹੈ? ਕਹਿੰਦੇ, ਨਹੀਂ ਮਹਾਰਾਜ, ਸੁਣਿਆ ਹੈ ਆਪਾਂ। ਮਹਾਰਾਜ ਕਹਿਣ ਲੱਗੇ, ਸੁਣਨ 'ਤੇ ਯਕੀਨ ਕੀ ਕਰੋਗੇ ਤੁਸੀਂ? ਖੁਦ ਅਨੁਭਵ ਨਹੀਂ ਕੀਤਾ, ਫਿਰ ਕੀ ਆਖੋਗੇ? ਸਤਿਗੁਰੂ ਜੀ ਕਹਿਣ ਲੱਗੇ, ਜਿਹੜੇ ਅਸਲੀ ਪ੍ਰਭੂ ਦੇ ਪਿਆਰੇ ਆ ਨਾ, ਜਿਨ੍ਹਾਂ ਵਿੱਚ ਕੋਈ ਵੀ ਕਹਿ ਦੇਈਏ ਮਿਲਾਵਟ ਨਹੀਂ ਹੈ, ਜਿਹੜੇ ਠੋਸ ਹੈ, ਨਿਰੋਲ ਹੈ, ਉਹ ਤਾਂ ਜਦੋਂ ਉਹਨਾਂ ਦਾ ਜਨਮ ਹੁੰਦਾ ਉਦੋਂ ਵੀ ਵਾਹਿਗੁਰੂ ਦੀ ਆਗਿਆ ਵਿੱਚ ਆਉਂਦੇ ਹੈ। ਜਦੋਂ ਸਰੀਰ ਤਿਆਗਦੇ ਆ, ਫਿਰ ਵੀ ਵਾਹਿਗੁਰੂ ਦੀ ਆਗਿਆ ਨੂੰ ਸਿਰ ਮੱਥੇ ਮੰਨਦੇ ਹੈ। ਇਹ ਉਹਨਾਂ ਦਾ ਜੀਵਨ ਹੁੰਦਾ ਹੈ। ਉਹ ਸਦਾ ਹੀ ਵਾਹਿਗੁਰੂ ਦੀ ਆਗਿਆ ਵਿੱਚ ਰਹਿੰਦੇ ਹੈ ਅਤੇ ਖੁਸ਼ ਰਹਿੰਦੇ ਹੈ। ਕਦੇ ਸਿਰ 'ਤੇ ਵੱਟ ਨਹੀਂ ਪਾਉਂਦੇ, ਮੱਥੇ 'ਤੇ ਤਿਉੜੀ ਨਹੀਂ ਆਉਂਦੀ ਉਹਨਾਂ ਦੇ, ਸਗੋਂ ਖੁਸ਼ੀ ਖੁਸ਼ੀ ਵਾਹਿਗੁਰੂ ਦੇ ਜੀਵਨ ਨੂੰ ਬਤੀਤ ਕਰਦੇ ਹੈ। ਨਹੀਂ ਤਾਂ ਆਮ ਮਨੁੱਖ ਨੂੰ ਪੁੱਛੀਏ, ਕੀ ਕਰਦੇ ਹੋ? ਉਹ ਕਹਿਣ ਲੱਗੇ, ਟਾਈਮ ਪਾਸ ਕਰਦੇ ਹਾਂ। ਸੋ ਇੰਨਾ ਅਮੋਲਕ ਜੀਵਨ ਅਸੀਂ ਇਉਂ ਕਹਿ ਕੇ ਇੰਝ ਲੱਗਦਾ ਜਿਵੇਂ ਵਾਹਿਗੁਰੂ ਨੂੰ ਉਲਾਂਭਾ ਦਿੰਦੇ ਹਾਂ ਵੀ ਇਹ ਤੇਰਾ ਜੀਵਨ ਸਾਡੇ ਕਿਸੇ ਲੇਖੇ ਨਹੀਂ, ਅਸੀਂ ਤਾਂ ਫਸ ਗਏ ਹਾਂ ਇਹ ਜੀਵਨ ਵਿੱਚ ਆ ਕੇ। ਸੋ ਟਾਈਮ ਪਾਸ ਕਰਨਾ ਇਹ ਕਿੱਧਰ ਦੀ ਸਿਆਣਪ ਸਾਡੀ। ਟਾਈਮ ਸਫਲਾ ਕਰਨਾ, ਸਮਾਂ ਸਫਲਾ ਕਰਨਾ, ਇਹ ਗੁਰਮੁਖਾਂ ਦੀ ਰੀਤੀ ਹੈ। ਮਨਮੁਖਾਂ ਦੀ ਰੀਤੀ ਕੀ ਹੈ? ਸਮੇਂ ਨੂੰ ਕੱਢਣਾ, ਫੰਜਾਈ ਕੱਢਣਾ ਬਿਨਾਂ ਹੀ ਕਾਰਨ ਤੋਂ। ਤਾਂ ਉਹ ਪਸ਼ੂ ਵੀ ਕੱਢ ਰਹੇ ਹੈ, ਉਹ ਬਾਕੀ ਜੀਵ ਜੰਤ ਵੀ ਕੱਢਦੇ ਹੈ। ਇਹ ਅਮੋਲਕ ਹੈ ਮਨੁੱਖਾ ਦੇਹੀ। ਗੁਰਮੁਖ ਜਨ ਇਹ ਸਮਝਦੇ ਹੈ। ਸਤਿਗੁਰੂ ਜੀ ਦੱਸਦੇ ਹੈ ਕਿ ਇਹ ਆਤਮਾ ਤਾਂ ਕਦੇ ਨਹੀਂ ਜਾਂਦੀ ਕਿਧਰੇ, ਸਰੀਰ ਜ਼ਰੂਰ ਨਾਸ ਹੁੰਦਾ ਹੈ। ਸੋ ਅੱਗੇ ਜਿਵੇਂ ਉਹ ਵਾਰਤਾ ਆ ਰਹੀ ਹੈ, ਉਹਨਾਂ ਐਸੇ ਮਨੁੱਖਾਂ ਨੂੰ ਸਤਿਗੁਰੂ ਜੀ ਸਮਝਾਉਂਦੇ ਹੈ। ਆਓ ਬੜੇ ਪ੍ਰੇਮ ਨਾਲ ਉਹ ਵਿਚਾਰਾਂ ਨੂੰ ਅੱਗੋਂ ਲੜੀਬੰਦ ਰੂਪ ਵਿੱਚ ਸ਼ਰਵਣ ਕਰੀਏ। ਜਿਵੇਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਜ਼ਿਕਰ ਕੀਤਾ, ਆਓ ਪ੍ਰੇਮ ਨਾਲ ਸੁਣੀਏ। ਇੱਕ ਦਫਾ ਮਿਲ ਕੇ ਸਾਰੀ ਰਸਨਾ ਪਵਿੱਤਰ ਕਰੀਏ। ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਹੈ ਅਧੀਨ ਬਾਸ਼ਨਾ ਨਰ ਸਭ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜਾ ਤੁਸੀਂ ਮਨ ਵਿੱਚ ਸੋਚਦੇ ਹੋ ਨਾ ਕਿ ਕਿਧਰੇ ਜਦੋਂ ਜੀਵ ਸਰੀਰ ਤਿਆਗ ਦਿੰਦਾ ਹੈ ਅਤੇ ਉਹ ਜ਼ਰੂਰ ਪਰਮੇਸ਼ਵਰ ਵਿੱਚ ਮਿਲ ਜਾਂਦਾ ਹੋਵੇਗਾ, ਇਹ ਤੁਹਾਡਾ ਭੁਲੇਖਾ ਹੈ। ਇਹ ਭੁਲੇਖਾ ਤੁਹਾਡਾ ਹੁਣੇ ਦੂਰ ਕਰਦੇ ਹਾਂ। ਸਤਿਗੁਰੂ ਕਹਿਣ ਲੱਗੇ, ਜਦੋਂ ਜੀਵ ਦਾ ਅੰਤ ਵੇਲਾ ਆਉਂਦਾ ਹੈ, ਕਦੇ ਕਿਸੇ ਨੇ ਕਿਹਾ ਕਿ ਹੁਣ ਮੇਰੀਆਂ ਸਾਰੀਆਂ ਵਾਸ਼ਨਾਵਾਂ ਖਤਮ ਹੋ ਗਈਆਂ ਨੇ। ਉਹ ਮਰਨ ਵੇਲੇ ਵੀ ਕੁਝ ਨਾ ਕੁਝ ਬੋਲਦਾ ਹੈ, ਕੁਝ ਨਾ ਕੁਝ ਉਹ ਕਹਿੰਦਾ ਹੀ ਹੈ। ਸਮਝ ਲੈਣਾ ਹਾਲੇ ਜੀਵਨ ਉਹਦਾ ਬਚਿਆ ਹੈ, ਉਹ ਹਾਲੇ ਹੋਰ ਕੁਛ ਕਰਨਾ ਚਾਹੁੰਦਾ ਹੈ। ਵਾਸ਼ਨਾ ਬਚੀ ਹੈ, ਸਰੀਰ ਫੇਰ ਧਾਰਨਾ ਪਵੇਗਾ। ਮਹਾਰਾਜ ਕਹਿੰਦੇ, ਅਧੀਨ ਜਿਹੜਾ ਮਨੁੱਖ ਹੈ ਵਾਸ਼ਨਾ ਦੇ, ਜਾਂ ਤੇ ਜਨਮ ਧਰਤ ਪੁਨ ਪੁਨ ਤਬ, ਉਹ ਫਿਰ ਵਾਰ ਵਾਰ ਜਨਮ ਧਾਰੇਗਾ। ਇਹ ਗੁਰਮੁਖਾਂ ਨੇ, ਭਗਤਾਂ ਨੇ ਵਿਚਾਰ ਕੀਤੀ ਹੈ ਕਿ ਇੱਕ ਜਿਹੜਾ ਮਨੁੱਖ ਹੈ ਜਿਹਦੇ ਪਾਪ ਪੁੰਨ ਸਮਾਨ ਹੈ, ਭਾਵ ਕਿ ਚੰਗੇ ਕੰਮ ਵੀ ਕਰਦਾ ਹੈ, ਬੁਰੇ ਵੀ ਕਰਦਾ ਹੈ, ਉਹਦੇ ਅੰਤ ਵੇਲੇ ਉਹਨੂੰ ਇਹ ਦ੍ਰਿਸ਼ ਦਿਖਾਈ ਦਿੰਦਾ ਹੈ ਜਿਵੇਂ ਬਹੁਤ ਜ਼ਿਆਦਾ ਜੋ ਨਰ ਨਾਰੀ ਹੈ ਸੋ ਉਹ ਸੰਭੋਗ ਕਰਦੇ ਪਏ ਹੈ, ਉਹਨਾਂ ਨੂੰ ਦਿਸਦੇ ਹੈ। ਉਹ ਜਿਸ ਵੱਲ ਵੀ ਧਿਆਨ ਕਰਦੇ ਫਿਰ ਉਹਨਾਂ ਦੇ ਉਦਰ ਵਿੱਚ ਉਹਦਾ ਜਨਮ ਹੁੰਦਾ। ਇਹ ਆਮ ਮਨੁੱਖਾਂ ਦੀ ਹਾਲਤ ਹੈ। ਇੱਕ ਦੋ ਤਰ੍ਹਾਂ ਦੇ ਹੋਰ ਹੈ, ਜਿਹੜੇ ਇੱਕ ਬਹੁਤ ਹੀ ਵਿਸ਼ਈ ਹੈ, ਬੁਰੇ ਕਰਮ ਕਰਨ ਵਾਲੇ, ਉਹਨਾਂ ਦਾ ਜਨਮ ਥੋੜ੍ਹੀ ਕਿਤੇ ਨਹੀਂ ਹੁੰਦਾ ਹੈ। ਫਿਰ ਦੂਸਰੇ ਹੋਰ ਉਹ ਐਸੇ ਹੈ ਜਿਹੜੇ ਭਗਤ ਹੈ, ਸੰਤ ਜਨ ਹੈ, ਪਰ ਕੁਝ ਕੁ ਵਾਸ਼ਨਾਵਾਂ ਰਹਿਣੇ ਕਰਕੇ, ਕੁਝ ਕੁ ਭਗਤੀ ਵਿੱਚ ਅੜਚਨ ਰਹਿਣੇ ਕਰਕੇ ਸਵਾਸ ਨਿਕਲ ਜਾਣੇ, ਫਿਰ ਦੁਬਾਰਾ ਜਨਮ ਧਾਰਨਾ ਪਵੇਗਾ। ਜਿਵੇਂ ਕਿ ਆਪ ਜੀ ਨੇ ਸੁਣਿਆ ਹੋਵੇਗਾ ਕਿ ਭਗਤ ਫਰੀਦ ਸਾਹਿਬ ਜੀ ਜਦੋਂ ਭਗਤੀ ਕਰਦੇ ਅਤੇ ਉਹਨਾਂ ਦੇ ਘਰ ਵਾਲੀ ਹਮੇਸ਼ਾ ਕਹਿੰਦੇ ਫਰੀਦਾ ਬੱਚੇ ਭੁੱਖੇ ਮਰਦੇ ਪਏ ਆ, ਕੁਝ ਲਿਆ ਖਾਣੇ ਵਾਸਤੇ। ਅਤੇ ਉਹਨਾਂ ਨੇ ਕਹਿਣਾ ਵਾਹਿਗੁਰੂ ਦੇਵੇਗਾ, ਆਪੇ ਰੱਬ ਦੇਵੇਗਾ।
ਪਰ ਹੁਣ ਘਰ ਵਾਲੀ ਤੇ ਘਰ ਵਾਲੀ ਹੈ, ਉਹਨੇ ਕਹਿਣਾ ਨਹੀਂ ਨਹੀਂ ਤੂੰ ਕਰ ਕੁਛ ਕਮਾ ਕੇ ਲਿਆ। ਤਾਂ ਇੱਕ ਦਿਨ ਚੋਰਾਂ ਨਾਲ ਮਿਲਾਪ ਹੋ ਗਿਆ। ਚੋਰ ਕਹਿਣ ਲੱਗੇ, ਕਹਿੰਦੇ ਇਹ ਬਾਬਾ ਸਾਡੇ ਨਾਂ ਦੀ ਤੂੰ ਅਰਦਾਸ ਕਰਦੇ, ਅਸੀਂ ਡਾਕਾ ਮਾਰਨ ਜਾਣਾ, ਕਿਧਰੇ ਚੋਰੀ ਕਰਨ ਜਾਣਾ ਹੈ, ਜੇ ਤੇ ਬਹੁਤਾ ਹੀ ਫਲ ਹੋਇਆ, ਬਹੁਤਾ ਧਨ ਇਕੱਤਰ ਹੋਇਆ, ਅੱਧਾ ਤੇਰਾ ਹੋਏਗਾ। ਫਰੀਦ ਜੀ ਨੇ ਕਹਿਤਾ ਚਲੋ ਚੰਗਾ ਹੈ, ਅਸੀਂ ਕਰ ਦਿੰਦੇ ਫਰਿਆਦ। ਉਹ ਚੋਰ ਜਦੋਂ ਚੋਰੀ ਕਰਕੇ ਲਿਆਏ ਤਾਂ ਬਾਅਦ ਵਿੱਚ ਅੱਧਾ ਜਦੋਂ ਧਾਨ ਇਹਨੂੰ ਮਿਲ ਪਿਆ ਤਾਂ ਫਿਰ ਕਿਹਾ, ਫਰੀਦਾ ਇਹ ਚੋਰੀ ਕਰਨਾ ਤਾਂ ਬੜੀ ਮੌਜ ਵਾਲੀ ਗੱਲ ਹੈ, ਨਾ ਕੁਛ ਕਰਨਾ, ਨਾ ਕੁਛ ਲੈਣ ਨਾ ਦੇਣ, ਚੁੱਪ ਕਰਕੇ ਚੀਜ਼ ਚੁੱਕ ਲਿਆਉਣੀ, ਇਹ ਤਾਂ ਬੜੀ ਚੰਗੀ ਗੱਲ ਹੈ। ਇਹ ਵਾਸ਼ਨਾ ਹਲੇ ਮਨ ਵਿੱਚ ਸੀ ਅਤੇ ਫਰੀਦ ਜੀ ਦੇ ਪ੍ਰਾਣ ਛੁੱਟ ਗਏ ਸੀ। ਉਹ ਵਾਸ਼ਨਾ ਕਰਕੇ ਉਹ ਫਿਰ ਦੁਬਾਰਾ ਜਨਮ ਧਾਰਨਾ ਪਿਆ ਅਤੇ ਭਗਤੀ ਕਰਕੇ ਮਨੁੱਖਾ ਦੇਹੀ ਫਿਰ ਮਿਲ ਪਈ। ਇਸ ਤਰ੍ਹਾਂ ਇਹ ਜਿਹੜੀ ਵਾਸ਼ਨਾ ਹੈ ਇਹ ਵਾਰ-ਵਾਰ ਮਨੁੱਖ ਨੂੰ ਜਨਮਾਉਂਦੀ ਹੈ, ਮਰਾਉਂਦੀ ਹੈ। ਵਾਰ-ਵਾਰ ਜਨਮਦਾ, ਜਨਮ ਮਰਨ ਬਹੁਤ ਦੁੱਖ ਪਾਵੈ। ਉਹ ਮਨੁੱਖ ਜੰਮਦਾ ਹੈ, ਮਰਦਾ ਹੈ, ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦਿਸ ਲੰਮੈ। ਮਰ ਕੇ ਜਮ ਕੇ ਇਉਂ ਮਨੁੱਖ ਕਦੇ ਵੀ ਵਿਚਾਰ ਨਹੀਂ ਕਰਦਾ ਹੈ ਕਿ ਮੈਂ ਆਪਣੇ ਆਪ ਨੂੰ ਪਛਾਣਾ। ਬਾਰ ਆਵੈ ਜਗ ਜਾਵੈ, ਵਾਰ ਉਹੀ ਕੰਮ ਕਰਦਾ, ਪਹਿਲਾਂ ਵੀ ਇਹ ਕੰਮ ਕੀਤਾ ਹੈ। ਤਾਂ ਹੀ ਕਬੀਰ ਜੀ ਨੇ ਕਿਹਾ ਹੈ ਨਾ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਜਿਹੇ ਹੁਣ ਕੰਮ ਆਪਾਂ ਕਰਦੇ ਹਾਂ, ਇਹੋ ਜਿਹੇ ਪਹਿਲਾਂ ਵੀ ਬੜੀ ਵਾਰ ਕੀਤੇ ਹੈ, ਪਰ ਚੇਤਾ ਨਹੀਂ ਨਾ, ਸਿਮਰਤੀ ਇੰਨੀ ਨਹੀਂ ਸਾਡੀ, ਯਾਦਸ਼ਤ ਕਮਜ਼ੋਰ ਹੈ। ਅੱਜ ਦੇ ਸਮੇਂ ਅਸੀਂ ਇਹ ਗੱਲ ਮਨ ਵਿੱਚ ਜਾਣ ਲਈਏ ਕਿ ਜੋ ਅਸੀਂ ਕੱਲ੍ਹ ਕੀਤਾ ਹੈ ਕੀ ਸਾਨੂੰ ਸਾਰਾ ਹੀ ਯਾਦ ਹੈ, ਭੁੱਲ ਜਾਵੇਗਾ। ਇਸੇ ਤਰ੍ਹਾਂ ਮਨੁੱਖ ਜੋ ਪਿੱਛੇ ਜਿਹੜੇ ਕੁਝ ਚੰਗੇ ਕੰਮ ਹੈ ਜਿਨ੍ਹਾਂ ਵਿੱਚ ਮਨ ਬਹੁਤਾ ਜ਼ਿਆਦਾ ਰਸ ਦੇ ਸਹਿਤ ਸੀ, ਉਹ ਗੱਲਾਂ ਯਾਦ ਰਹਿੰਦੀਆਂ ਨੇ, ਬਾਕੀ ਗੱਲਾਂ ਭੁੱਲ ਜਾਂਦੀਆਂ ਨੇ। ਤਾਂ ਇਹ ਭੁੱਲ ਜਾਂਦਾ ਹੈ, ਫਿਰ ਉਹੀ ਕੰਮ ਕਰਦਾ। ਗੁਰ ਕੀ ਵਾਕ ਸੁਨੇ ਅਸ ਜਬ ਹੀ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਇਹੋ ਜਿਹੇ ਦੁਰਲੱਭ ਵਾਕ ਸੁਣ ਕੇ ਜਿਹੜੇ ਮਨੁੱਖ ਇਹ ਕੁਰੀਤੀ ਕਰਦੇ ਸੀ ਕਿ ਜਦੋਂ ਮਨੁੱਖ ਜਨਮਦਾ ਰੋਮਦੇ, ਜਦੋਂ ਮਨੁੱਖ ਮਰਦਾ ਹੱਸਦੇ, ਇਹ ਜੋ ਕਿਰਿਆ ਕਰਦੇ ਸੀ ਨਾ, ਉਹ ਸੁਣ ਕੇ ਸਤਿਗੁਰਾਂ ਦੇ ਵਾਕ, ਹਿਰਦਾ ਵਿਚਾਰ ਕੀਏ ਨਰ ਸਭ ਹੀ। ਮਨ ਵਿੱਚ ਵਿਚਾਰ ਕਰਨ ਲੱਗੇ ਸਾਰੇ ਸਿਆਣੇ ਮਨੁੱਖ, ਕੀ ਸੋਚਦੇ, ਸਤ ਬਚਨ ਇਨ ਸੰਤ ਬਖਾਨੇ। ਕਹਿਣ ਲੱਗੇ ਹੈ ਤੇ ਸੱਚੀ ਗੱਲ ਹੈ, ਇਹਦੇ 'ਚ ਝੂਠ ਤੇ ਕੋਈ ਨਹੀਂ ਹੈ, ਵਾਸ਼ਨਾ ਤੇ ਵਾਕਈ ਨਹੀਂ ਮਰਦੀ ਹੈ, ਪਰ ਅਸੀਂ ਕਦੇ ਸੋਚਿਆ ਹੀ ਨਹੀਂ, ਅਸੀਂ ਕਦੇ ਮਨ ਵਿੱਚ ਵਿਚਾਰ ਹੀ ਨਹੀਂ ਕੀਤੀ ਵੀ ਇਹ ਵਾਸ਼ਨਾ ਕਰਕੇ ਫਿਰ ਜਨਮ ਹੋਵੇਗਾ। ਇਹ ਸੰਤ ਤਾਂ ਬੜੀ ਭਰੀ ਸਾਨੂੰ ਰੀਤੀ ਸਮਝਾਉਂਦੇ ਹੈ, ਇਹ ਜ਼ਰੂਰ ਸਾਨੂੰ ਕੁਝ ਨਾ ਕੁਝ ਸੁੱਖ ਦੇਣਗੇ। ਇਹ ਮਨ ਵਿੱਚ ਠਾਣ ਕੇ ਮਤ ਹਮਾਰ ਮਿਥਿਆ ਪਹਿਚਾਨੇ। ਇਹ ਫਿਰ ਉਹਨਾਂ ਕਿਹਾ, ਇਹ ਸਤਿਗੁਰੂ ਸਾਡੀ ਮਤੀ ਜਿਹੜੀ ਹੈ, ਬੁੱਧੀ ਹੈ ਨਾ, ਇਹਨੂੰ ਮਿਥਿਆ ਜਾਣੋ। ਇਹ ਮਹਾਰਾਜ ਪਤਾ ਨਹੀਂ ਕੀ ਕੁਝ ਸੋਚਦੀ ਵਿਚਾਰਦੀ ਰਹਿੰਦੀ ਹੈ, ਸਾਡੇ 'ਤੇ ਰਹਿਮਤ ਕਰੋ। ਬਿਨ ਸੰਦੇਹ ਭਏ ਜਬ ਸੁਣ ਕੇ। ਜਦੋਂ ਇਸ ਤਰ੍ਹਾਂ ਉਹ ਸਤਿਗੁਰਾਂ ਦੇ ਦੁਰਲੱਭ ਬਚਨ ਸੁਣ ਕੇ ਅਤੇ ਸੰਦੇਹ ਤੋਂ ਰਹਿਤ ਹੋ ਗਏ, ਹੁਣ ਸੰਸਾ ਨਹੀਂ ਕੋਈ ਰਹਿ ਗਿਆ। ਹੁਣ ਨਿਰੋਲ ਸਤਿਗੁਰਾਂ ਨੇ ਬਚਨ ਦੱਸ ਦਿੱਤੇ ਹੈ ਵੀ ਆਹ ਗੱਲ ਹੈ, ਸੱਚੀ ਗੱਲ ਤਾਂ ਇੱਦਾਂ ਹੈ, ਇਸ ਕਰਕੇ ਮਨੁੱਖ ਜੰਮਦਾ ਹੈ, ਮਰਦਾ ਹੈ। ਇਹ ਗੱਲ ਨੂੰ ਹੁਣ ਵਿਚਾਰੋ। ਬੰਧਨ ਕਰਤ ਭਏ ਗੁਰ ਗੁਣ ਕੈ। ਫਿਰ ਤਾਂ ਉਹ ਸਾਰੇ ਸਤਿਗੁਰਾਂ ਦੇ ਚਰਨਾਂ 'ਤੇ ਲਿਟ ਗਏ, ਮੱਥਾ ਟੇਕਦੇ ਹੈ ਅਤੇ ਕਹਿਣ ਲੱਗੇ, ਤੁਸੀਂ ਸਰਬੱਗ ਹੋ, ਦਾਤੇ ਹੋ, ਸਾਨੂੰ ਬਖਸ਼ ਲਓ। ਬਿਨਾਂ ਕਰਤ ਭੇ ਬਾਰੰਬਾਰੀ। ਵਾਰ ਬੇਨਤੀਆਂ ਕਰਦੇ ਹੈ। ਕੀ ਬੇਨਤੀਆਂ ਕਰਦੇ ਹੈ, ਸੁਣੋ। ਹਮਰੀ ਗਤ ਕੀਜੈ ਗਤਕਾਰੀ। ਮਹਾਰਾਜ ਜੀ ਅਸੀਂ ਭੁੱਲੇ ਹਾਂ, ਸਾਨੂੰ ਤਾਂ ਇੰਝ ਹੀ ਲੱਗਦਾ ਸੀ, ਖੌਰੇ ਜਿਵੇਂ ਆਮ ਲੋਕ ਤਾਂ ਇਸੇ ਤਰ੍ਹਾਂ ਹੀ ਕਹਿੰਦੇ ਆ ਨਾ ਕਿ ਇਹ ਜਿੰਨਾ ਚਿਰ ਜੀਵ ਹੈ, ਜਿੰਨਾ ਚਿਰ ਸਰੀਰ ਹੈ, ਉਹਨਾਂ ਚਿਰ ਹੀ ਸਾਰਾ ਕੁਛ ਹੈ, ਸਰੀਰ ਮਿਟਣ ਤੋਂ ਬਾਅਦ ਤਾਂ ਕੁਛ ਵੀ ਨਹੀਂ। ਇਹ ਆਮ ਲੋਕਾਂ ਦੀ ਧਾਰਨਾ ਹੈ। ਕਹਿਣ ਲੱਗੇ ਅਸੀਂ ਵੀ ਇਹੋ ਸੋਚਦੇ ਸਾਂ ਵੀ ਇਸ ਤੋਂ ਬਾਅਦ ਤਾਂ ਕੁਛ ਵੀ ਨਹੀਂ ਹੋਵੇਗਾ, ਸਾਰਾ ਤਮਾਸ਼ਾ ਤਾਂ ਸਰੀਰ ਨਾਲ ਹੀ ਸੰਬੰਧਿਤ ਹੈ। ਪਰ ਹੁਣ ਮਹਾਰਾਜ ਇਹ ਤੁਸੀਂ ਨਵੀਂ ਗੱਲ ਸਾਨੂੰ ਦੱਸੀ ਹੈ, ਹੁਣ ਇਹ ਸਾਰਾ ਭੇਦ ਮਹਾਰਾਜ ਸਾਨੂੰ ਤਾਂ ਨਹੀਂ ਸਮਝ ਵਿੱਚ ਆਉਂਦਾ। ਕਿਰਪਾ ਕਰਕੇ ਸਾਡੀ ਕਲਿਆਣ ਕਰੋ, ਸਾਨੂੰ ਮਹਾਰਾਜ ਮੋਖ ਪਦਵੀ ਮੁਕਤੀ ਸਾਨੂੰ ਦੇ ਦਿਓ। ਬਿਨੈ ਨਿਜ ਉਪਦੇਸ਼ ਦੀਜੀਏ ਹਮਕੋ। ਆਪਣਾ ਉਪਦੇਸ਼ ਸਾਨੂੰ ਦੇ ਦਿਓ। ਤੁਸੀਂ ਕਿਹੜੀ ਸਾਧਨਾ ਕਰਕੇ,
ਕਿਹੜੇ ਅਭਿਆਸ ਕਰਕੇ, ਕਿਸ ਨੂੰ ਧਾਰ ਕੇ ਤੁਸੀਂ ਇਹ ਸੁਖਦਾਈ ਜੋ ਤੁਸੀਂ ਇਹ ਵਿਧੀ ਮਨ ਵਿੱਚ ਠਾਣੀ ਹੈ। ਜੇ ਤੁਸੀਂ ਇਹ ਜਿਹੜੀ ਸੁਖਦਾਈ ਵਿਚਾਰ ਹੈ ਤੁਹਾਨੂੰ ਕਿਵੇਂ ਪ੍ਰਾਪਤ ਹੋਈ, ਇੰਨੀ ਸੁੱਖ ਦੀਆਂ ਵਿਚਾਰਾਂ ਤੁਸੀਂ ਸਾਨੂੰ ਦੱਸੋ, ਤੁਸੀਂ ਕਿਵੇਂ ਇਹ ਸੁੱਖ ਮਨ ਵਿੱਚ ਠਾਣਿਆ, ਸਾਨੂੰ ਵੀ ਇਹ ਉਪਦੇਸ਼ ਦੇ ਦਿਓ। ਸ਼ਰਨ ਪਰੇ ਕੀ ਲੱਜਿਆ ਤੁਮਕੋ, ਮਹਾਰਾਜ ਤੁਹਾਡੀ ਸ਼ਰਨ ਵਿੱਚ ਪਏ ਹਾਂ, ਸਾਡੇ 'ਤੇ ਰਹਿਮਤ ਕਰੋ। ਸ਼ਰਨ ਪਏ ਦੀ ਤੁਹਾਨੂੰ ਲਾਜ ਹੈ, ਮਹਾਰਾਜ ਕਿਰਪਾ ਕਰਕੇ ਸਾਡੇ 'ਤੇ ਰਹਿਮਤ ਕਰੋ, ਸਾਨੂੰ ਆਪਣਾ ਉਪਦੇਸ਼ ਦੇ ਦਿਓ। ਸੁਣ ਅਧੀਨਤਾ ਤਿੰਨ ਜਗਤੇਸ਼ਾ, ਉਹਨਾਂ ਦੀ ਅਧੀਨਤਾ ਸੁਣ ਕੇ ਨਾ ਜਦੋਂ ਨਿਰਮਾਣ ਪੂਰਵਕ ਹੋ ਗਏ, ਪੂਰਾ ਹੀ ਝੁਕ ਗਏ ਮਹਾਰਾਜ ਅੱਗੇ, ਉਹਨਾਂ ਦੀਆਂ ਬੇਨਤੀਆਂ ਸੁਣ ਕੇ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਸਾਹਿਬ ਦੇਤ ਭਏ ਆਪਨ ਉਪਦੇਸ਼ਾ। ਸਤਿਗੁਰੂ ਜੀ ਨੇ ਫਿਰ ਉਹਨਾਂ ਤਾਈਂ ਸੰਬੋਧਨ ਕਰਕੇ ਆਖਿਆ ਹੈ ਕਿ ਇਹ ਭਾਈ ਜਿਹੜਾ ਉਪਦੇਸ਼ ਅਸੀਂ ਧਾਰਿਆ ਹੈ ਨਾ ਵਾਹਿਗੁਰੂ ਕੋਲੋਂ, ਇਹ ਉਪਦੇਸ਼ ਅਸੀਂ ਤੁਹਾਨੂੰ ਵੀ ਸੁਣਾਉਂਦੇ ਹਾਂ। ਕਿਹੜਾ ਉਪਦੇਸ਼ ਹੈ ਉਹ? ਐ ਸੁਣੋ, ਸਤਿਨਾਮ ਸਿਮਰੋ ਲਿਵ ਲਾਵੋ, ਸਦਾ ਹੀ ਸੱਚੇ ਨਾਮ ਵਾਹਿਗੁਰੂ ਨੂੰ ਅਲਾਪ ਕਰੋ, ਉਹਦੇ ਸਿਮਰਨ ਵਿੱਚ ਜੁੜ ਜਾਓ। ਸਿਮਰਨ ਦਾ ਮਤਲਬ ਕੀ ਹੈ? ਯਾਦ ਕਰਨਾ, ਚਿੰਤਨ ਕਰਨਾ, ਉਹਦੀ ਯਾਦ ਵਿੱਚ ਜੁੜ ਜਾਓ। ਜੇ ਉਹਦੀ ਯਾਦ ਵਿੱਚ ਜੁੜੇ ਸੰਸਾਰ ਦੀਆਂ ਸਾਰੀਆਂ ਯਾਦਾਂ ਭੁੱਲ ਜਾਣਗੀਆਂ। ਪਰ ਜੇ ਸੰਸਾਰ ਦੀਆਂ ਯਾਦਾਂ ਵਿੱਚ ਪੈ ਗਏ, ਜੇ ਸੋਚਣ ਲੱਗ ਪਏ ਫਲਾਣੇ ਸਮੇਂ ਸਾਡੇ 'ਤੇ ਬੜੇ ਸੁਖੀ ਦਿਨ ਹੁੰਦੇ ਸੀ, ਫਲਾਣੇ ਸਮੇਂ ਅਸੀਂ ਆਹ ਕੀਤਾ ਸੀ, ਇਹੋ ਜਿਹੀਆਂ ਵਿਚਾਰਾਂ ਵਿੱਚ ਜੇ ਜੁਟ ਗਏ, ਇਹ ਵਿਚਾਰਾਂ ਕਰਕੇ ਤੂੰ ਹਮੇਸ਼ਾ ਦੁਖੀ ਹੋਵੇਂਗਾ। ਤਾਂ ਕਰਕੇ ਜਿਹੜੀ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਹੈ, ਉਹਦਾ ਸਿਮਰਨ ਕਰਨਾ ਹੈ, ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ। ਇਹ ਵਾਹਿਗੁਰੂ ਦੇ ਚਿੰਤਨ ਕਰਕੇ ਦੇਹ 'ਤੇ ਸਗਰੀ ਇਛ ਪੁਜਾਵਹੁ, ਇਹ ਵਾਹਿਗੁਰੂ ਦੇ ਚਿੰਤਨ ਕਰਕੇ ਸੰਸਾਰ ਵਿੱਚ ਵੀ ਤੁਹਾਡੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ। ਜੋ ਵੀ ਮੰਗੋਗੇ ਸੋ ਹੀ ਤੁਹਾਨੂੰ ਮਿਲ ਜਾਏਗਾ, ਅਤੇ ਪਰਲੋਕ ਵਿੱਚ ਵੀ ਇਹ ਨਾਮ ਤੁਹਾਡੇ ਸਹਾਈ ਹੋਣ ਵਾਲਾ ਹੈ। ਇਸ ਵਾਸਤੇ ਨਾਮ ਨੂੰ ਹਮੇਸ਼ਾ ਜਪਦੇ ਰਹੋ। ਹੁਕਮ ਸਤ ਮੰਨੋ ਕਰਤਾਰਾ, ਵਾਹਿਗੁਰੂ ਦੇ ਹੁਕਮ ਨੂੰ ਸੱਚਾ ਕਰਕੇ ਮੰਨੋ, ਉਹਦੇ ਹੁਕਮ ਦੀ ਅਦੂਲੀ ਨਾ ਕਰੋ। ਹੋਣਾ ਤਾਂ ਉਹਦੀ ਰਜ਼ਾ ਵਿੱਚ ਹੀ ਹੈ, ਪਰ ਬੰਦਾ ਖਾਹਾਂ ਖਾਂ ਉਹਦੇ ਹੁਕਮ ਦੀ ਭੰਡੀ ਕਰਦਾ ਹੈ। ਜਿਵੇਂ ਮੀਂਹ ਆ ਜਾਏ, ਬਾਰਿਸ਼ ਆ ਜਾਏ, ਜਾਂ ਕਿਤੇ ਸਰਦੀ ਗਰਮੀ ਆ ਜਾਏ, ਮਨੁੱਖ ਐਵੇਂ ਕਹੀ ਜਾਂਦਾ ਹੈ ਰੱਬ ਹੁਣ ਜਦੋਂ ਸਿਆਲ ਦੇ ਦਿਨ ਆਉਣ, ਅਸੀਂ ਕਹਿੰਦੇ ਰੱਬ ਨੇ ਠੰਡ ਬੜੀ ਪਾ ਦਿੱਤੀ ਹੈ, ਹੁਣ ਸੂਰਜ ਨਹੀਂ ਚੜ੍ਹਦਾ। ਜੇ ਗਰਮੀਆਂ ਆ ਜਾਣ ਫਿਰ ਕਹਿੰਦੇ ਆ ਗਰਮੀ ਬੜੀ ਹੈ, ਹੁਣ ਤਾਂ ਤਪਦੇ ਹਾਂ ਬਾਹਰ, ਲੋ ਬੜੀ ਵਗਦੀ ਹੈ। ਜੇ ਬਾਰਿਸ਼ ਆ ਜਾਏ ਫਿਰ ਕਹਿੰਦੇ ਰੱਬ ਤੇ ਮੀਂਹ ਨਹੀਂ ਬੰਦ ਕਰਦਾ। ਸਾਡਾ ਜ਼ੋਰ ਤਾਂ ਕੋਈ ਨਹੀਂ, ਪਰ ਖਾਹਾਂ ਖਾਂ ਉਹਦੇ ਹੁਕਮ ਵਿੱਚ ਬਿਨਾਂ ਕਾਰਨ ਤੋਂ ਇਹ ਫਰਕ ਪਾਉਂਦੇ ਹਾਂ। ਇਹ ਜੋ ਅਸੀਂ ਬਿਨਾਂ ਕਿਸੇ ਸਮਝ ਵਿਚਾਰ ਦੇ ਇਹੋ ਜਿਹੇ ਕੰਮ ਕਰਦੇ ਹਾਂ, ਇਸ ਕਰਕੇ ਅਸੀਂ ਉਹਦੇ ਹੁਕਮ ਤੋਂ ਦੂਰ ਚਲੇ ਜਾਂਦੇ ਹਾਂ। ਫਿਰ ਉਹਦੀ ਰਜ਼ਾ ਸਾਨੂੰ ਚੰਗੀ ਨਹੀਂ ਲੱਗਦੀ ਹੈ, ਅਤੇ ਜਦੋਂ ਉਹਦੀ ਰਜ਼ਾ ਨਹੀਂ ਚੰਗੀ ਲੱਗਦੀ ਫਿਰ ਆਪੇ ਦੁੱਖ ਆਪਣੇ ਪ੍ਰਾਪਤ ਕਰਦੇ ਹਾਂ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ, ਆਪਣੇ ਆਪ ਨੂੰ ਆਪੇ ਹੀ ਖੁਦ ਬੇਖੁਦ ਦੁਖੀ ਕਰਦੇ ਹਾਂ। ਕੋਈ ਸਾਨੂੰ ਥੋੜ੍ਹੀ ਦੁਖੀ ਕਰਦਾ ਹੈ, ਆਪ ਹੀ ਮਨ ਵਿੱਚ ਵਿਚਾਰ ਕਰਦੇ ਆ ਨਾ, ਫਲਾਣਾ ਮੇਰੇ ਬਾਰੇ ਬੜਾ ਬੁਰਾ ਸੋਚਦਾ ਹੈ। ਇਹ ਕੌਣ ਕਹਿ ਰਿਹਾ ਹੈ? ਆਪੇ ਹੀ ਆਪਣੇ ਆਪ ਨੂੰ ਕਹਿ ਰਿਹਾ ਹੈ। ਫਲਾਣਾ ਮੇਰੇ 'ਤੇ ਬੁਰਾ ਕੰਮ ਕਰ ਦੇਗਾ, ਫਲਾਣਾ ਮੈਨੂੰ ਜਾਦੂ ਟੂਣੇ ਕਰ ਦੇਗਾ। ਇਹ ਕੌਣ ਦੱਸਦਾ ਹੈ? ਆਪੇ ਹੀ ਮਨ ਵਿੱਚ ਇਹ ਗੱਲਾਂ ਆ ਰਹੀਆਂ ਨੇ। ਜਿਹੜਾ ਹੁਕਮ ਵਿੱਚ ਜੁਟਿਆ ਹੈ ਉਹ ਹੁਕਮ ਕਰਕੇ ਕਦੇ ਕਿਸੇ 'ਤੇ ਸੰਸਾ ਨਹੀਂ ਕਰੇਗਾ। ਉਹ ਹਮੇਸ਼ਾ ਹੀ ਵਾਹਿਗੁਰੂ ਦੀ ਹੁਕਮ ਵਿੱਚ ਸਦਾ ਹੀ ਰਜ਼ਾ ਵਿੱਚ ਜੁਟਿਆ ਰਹੇਗਾ। ਅਤੇ ਤੁਸੀਂ ਵੀ ਇਸੇ ਤਰ੍ਹਾਂ ਹੁਕਮ ਦੇ ਵਿੱਚ ਜੁਟੇ ਰਹੋ। ਦੇਹ 'ਤੇ ਮਰਨ ਜੀਵਨ ਜਨ ਇੱਕ ਸਾਰਾ, ਮਰਨਾ ਜੀਵਣਾ ਇਹਨੂੰ ਇੱਕ ਸਮਾਨ ਜਾਣੋ। ਕਿਉਂ? ਕਿਉਂਕਿ ਦੋਨੋਂ ਕਰਮ ਸਰੀਰ ਦੇ ਹੈ, ਇਸ ਕਰਕੇ ਇਸ 'ਤੇ ਕਦੇ ਵਾਸਤੇ ਸੰਸ਼ੈ ਨਹੀਂ ਕਰਨਾ। ਕਈ ਵਾਰੀ ਮਨੁੱਖ ਕਰ ਤੇ ਕੋਈ ਸਕਦਾ ਨਹੀਂ, ਪਰ ਫਿਰ ਵੀ ਕਹੀ ਜਾਂਦਾ ਰੱਬ ਨੇ ਫਲਾਣੇ ਨਾਲ ਧੱਕਾ ਕੀਤਾ ਹੈ, ਮਾੜਾ ਕੀਤਾ ਉਹਦੇ ਨਾਲ ਰੱਬ ਨੇ, ਉਹਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਇਹ ਬਿਨਾਂ ਹੀ ਕਾਰਨ ਤੋਂ ਸਮਝ ਕੋਈ ਹੈ ਨਹੀਂ। ਜਿਹੜਾ ਸੰਸਾ ਅਸੀਂ ਦੂਸਰੇ 'ਤੇ ਕਰਦੇ ਹਾਂ ਸਾਡੇ 'ਤੇ ਵੀ ਆਉਣਾ ਹੈ। ਇਹ ਕਿਉਂ ਇਹ ਚੱਕਰ ਵਿੱਚ ਪੈਂਦੇ ਹਾਂ ਆਪਾਂ? ਇਹਨੂੰ ਇੱਕ ਸਮਾਨ ਜਾਣ, ਜੀਵਨਾ ਮਰਨਾ ਇਹ ਦੋਨੋਂ ਇੱਕ ਸਮਾਨ ਹਨ। ਹਰਕ ਸ਼ੋਕ 'ਤੇ ਮਨ ਥਿਰ ਕੀਜੈ, ਖੁਸ਼ੀ ਵੇਲੇ ਜਾਂ ਦੁਖਦਾਈ ਸਮੇਂ ਵੇਲੇ, ਦੋਨੋਂ ਹੀ ਮਨ ਦੀਆਂ ਬਿਰਤੀਆਂ ਨੇ। ਮਨ ਨੇ ਜਾਣਿਆ ਮੈਂ ਸੁਖੀ ਹਾਂ ਅਤੇ ਸੁਖੀ ਹੈ, ਮਨ ਨੇ ਸਮਝਿਆ ਮੈਂ ਦੁਖੀ ਹਾਂ ਅਤੇ ਦੁਖੀ ਹੈ। ਇਹ ਦੋਨੋਂ ਬਿਰਤੀਆਂ ਮਨ ਦੀਆਂ ਨੇ, ਸਰੀਰ ਦੀਆਂ ਬਿਰਤੀਆਂ ਨਹੀਂ ਹੈ ਦੋਨੋਂ ਹੀ।
ਤੇ ਸਤਿਗੁਰੂ ਕਹਿਣ ਲੱਗੇ ਦੋਨਾਂ ਵਾਸਤੇ, ਦੋਨਾਂ ਬਿਰਤੀਆਂ ਵਿੱਚ ਮਨ ਨੂੰ ਟਿਕਾ ਕੇ ਰੱਖ। ਜੇਕਰ ਸੁਖਦਾਈ ਸਮਾਂ ਹੁੰਦਾ ਹੈ, ਬਹੁਤਾ ਉਛਲ ਨਾ, ਬਹੁਤਾ ਮਾਣ ਵਿੱਚ ਨਾ ਆ, ਅਹੰਕਾਰੀ ਨਾ ਹੋ। ਤੇ ਜੇਕਰ ਮਾੜਾ ਸਮਾਂ ਆ ਜਾਂਦਾ ਹੈ, ਉਦੋਂ ਫਿਰ ਆਪਣਾ ਦੁੱਖ ਲੋਕਾਂ ਨੂੰ ਨਾ ਢੰਡੋਰਾ ਪਿੱਟ ਪਿੱਟ ਕੇ ਦੱਸ ਕੇ ਮੇਰੇ ਨਾਲ ਬਹੁਤ ਘਾਟਾ ਪੈ ਗਿਆ ਹੈ, ਮੇਰੇ 'ਤੇ ਬਹੁਤ ਵਧੀਕੀ ਹੋ ਗਈ ਹੈ। ਦੋਨਾਂ ਵਿੱਚ ਤੂੰ ਦੁਖੀ ਹੋਵੇਂਗਾ। ਜੇਕਰ ਮਾਣ ਹੰਕਾਰ ਵਿੱਚ ਫਿਰੇਂਗਾ, ਫਿਰ ਵੀ ਤੇਰੀ ਲੋਕਾਂ ਵਿੱਚ ਭੰਡੀ ਹੋਵੇਗੀ। ਜੇਕਰ ਬਹੁਤਾ ਹੀ ਆਪਣੇ ਆਪ ਨੂੰ ਨਿਮਾਣਾ ਬਣਾ ਲਿਆ, ਆਪਣੇ ਦੁੱਖ ਦੱਸਦਾ ਰਿਹਾ, ਤਾਂ ਵੀ ਲੋਕਾਂ ਨੇ ਕਹਿਣਾ ਤਾਂ ਕਮਲਾ ਹੋ ਗਿਆ। ਤਾਂ ਕਰਕੇ ਤੂੰ ਵਾਹਿਗੁਰੂ ਅੱਗੇ ਬੇਨਤੀਆਂ ਕਰ, ਉਹਦੇ ਹੁਕਮ ਵਾਸਤੇ ਸਦਾ ਹੀ ਤਿਆਰ ਬਰ ਤਿਆਰ ਰਹਿ। ਹਰਖ ਸੋਗ ਤੇ ਮਨ ਥਿਰ ਕੀਜੈ। ਸੋ ਇਸ ਤਰ੍ਹਾਂ ਹਰਖ ਸੋਗ ਵਿੱਚ ਆਪਣੇ ਮਨ ਨੂੰ ਕੰਟਰੋਲ ਕਰਕੇ ਰੱਖ। ਬਿਨ ਸੰਸੇ ਤਬ ਮੁਕਤ ਹੋਈਜੈ। ਫਿਰ ਬਿਨਾਂ ਹੀ ਸੰਸੇ ਤੋਂ ਤੂੰ ਮੋਖ ਪਦਵੀ ਮੁਕਤ ਹੋ ਜਾਵੇਂਗਾ। ਜਿਹੜੀ ਮੁਕਤੀ ਨੂੰ ਦੇਵਤੇ, ਰਿਖੀ ਮੁਨੀ, ਤਪੀਸ਼ਵਰ ਰੋਚਦੇ ਆ ਨਾ, ਉਹ ਮੁਕਤੀ ਤੈਨੂੰ ਨਾਮ ਸਿਮਰਨ ਵਿੱਚ ਹੀ ਮਿਲ ਜਾਏਗੀ। ਜਿਹੜੀ ਸਾਧਨਾ ਕਰਨੀ, ਜਿੰਨੀ ਸਾਧਨਾ ਹੈ, ਜਿੰਨੀ ਜ਼ਿਆਦਾ ਮਸ਼ੱਕਤ ਕਰਾਂਗੇ, ਜਿੰਨੀ ਜ਼ਿਆਦਾ ਕੋਸ਼ਿਸ਼ ਕਰਾਂਗੇ, ਕਈ ਵਾਰੀ ਸਾਡੀ ਜਿਹੜੀ ਕੋਸ਼ਿਸ਼ ਹੈ ਨਾ, ਉਹ ਨਾਕਾਮ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਅਸੀਂ ਕੋਸ਼ਿਸ਼ ਵਿੱਚ ਆਪਣੀ ਹਮਵੈਨ ਵਿੱਚ ਵਾੜ ਲੈਂਦੇ ਹਾਂ। ਉਹ ਜਿੰਨੀ ਕੋਸ਼ਿਸ਼ ਕੀਤੀ, ਉਹ ਸਾਰੀ ਸਾਨੂੰ ਖੱਜਲ ਖੁਆਰ ਕਰਦੀ ਹੈ। ਤਾਈਓ ਕਈ ਵਾਰੀ ਮਨੁੱਖ ਕਹਿੰਦਾ ਹੈ, ਮੈਂ ਇੰਨੀ ਸੇਵਾ ਕੀਤੀ, ਮੈਂ ਤਾਂ ਤਾਈਓ ਦੁਖੀ ਹਾਂ, ਫਿਰ ਵੀ ਦੁਖੀ ਹਾਂ ਮੈਂ ਇੰਨਾ ਪਾਠ ਪੂਜਾ ਕਰਦਾ ਰਿਹਾ, ਫਿਰ ਵੀ ਦੁਖੀ ਹਾਂ। ਆਹ ਜਿਹੜਾ ਮੈਂ ਵਿੱਚ ਬੋਲਦਾ ਪਿਆ, ਇਹ ਤਾਂ ਅਜੇ ਵੀ ਕਾਇਮ ਹੈ। ਜਿੰਨਾ ਚਿਰ ਮੈਂ ਨਹੀਂ ਗਿਆ, ਉਨਾ ਚਿਰ ਦੁੱਖ ਨਹੀਂ ਜਾਵੇਗਾ। ਤਾਂ ਕਰਕੇ ਉਹਦੇ ਹੁਕਮ ਵਿੱਚ ਹਮੇਸ਼ਾ ਜੁਟਿਆ ਰਹਿ। ਤੂੰ ਕਰਮ ਕਰ, ਕਰਮ ਦਾ ਕਰਤਾ ਨਾ ਬਣ। ਤੁਸੀਂ ਸੁਣਿਆ ਹੋਵੇਗਾ ਕਿ ਭਗਵਾਨ ਕ੍ਰਿਸ਼ਨ ਜੀ ਜਦੋਂ ਅਰਜੁਨ ਦੇ ਨਾਲ ਯੁੱਧ ਵਿੱਚ ਉਤਰੇ ਆ ਨਾ, ਤੇ ਅਰਜੁਨ ਨੇ ਆਪਦੇ ਸ਼ਸਤਰ ਸੁੱਟ ਦਿੱਤੇ ਸੀ ਯੁੱਧ ਵਿੱਚ। ਕਹਿਣ ਲੱਗਾ, ਭਗਵਾਨ ਮੈਂ ਯੁੱਧ ਨਹੀਂ ਕਰ ਸਕਦਾ। ਕਹਿਣ ਲੱਗੇ, ਕਿਉਂ? ਕਹਿੰਦਾ, ਮੇਰੇ ਸਾਹਮਣੇ ਤਾਂ ਮੇਰੇ ਸਕੇ ਭਾਈ ਹੈ, ਮੇਰੇ ਚਚੇਰੇ ਭਾਈ ਹੈ, ਹੋਰ ਮੇਰੇ ਰਿਸ਼ਤੇਦਾਰ ਸੰਬੰਧੀ ਹੈ, ਮੈਂ ਕਿਹਨਾਂ ਨੂੰ ਮਾਰਾਂ? ਇਹ ਤਾਂ ਮੇਰੇ ਸਕੇ ਹੈ। ਭਗਵਾਨ ਨੇ ਪਤਾ ਕੀ ਆਖਿਆ? ਕਹਿਣ ਲੱਗੇ, ਤੂੰ ਕਰਮ ਕਰ, ਤੂੰ ਮਾਰ। ਜੇ ਤੂੰ ਨਾ ਮਾਰੇਗਾ, ਉਹਨਾਂ ਤੈਨੂੰ ਮਾਰ ਦੇਣਾ। ਗੱਲ ਤਾਂ ਇੱਕ ਹੋਏਗੀ। ਉਹਨਾਂ ਦੇ ਮਨ ਵਿੱਚ ਤੇਰੇ ਪ੍ਰਤੀ ਕੋਈ ਤਰਸ ਨਹੀਂ ਹੈ, ਇਸ ਕਰਕੇ ਤੂੰ ਵੀ ਤਰਸ ਨਾ ਕਰ। ਤੂੰ ਕਰਮ ਕਰ, ਯੁੱਧ ਕਰ, ਫਲ ਮੈਂ ਦੇਣ ਵਾਲਾ ਹੈਗਾ ਨਾ ਤੇਰੇ ਵਾਸਤੇ। ਮੈਂ ਤੈਨੂੰ ਫਲ ਦੇਵਾਂਗਾ, ਤੈਨੂੰ ਕੋਈ ਪਾਪ ਨਹੀਂ ਲੱਗੇਗਾ, ਕਿਉਂਕਿ ਸਰੀਰ ਦਾ ਮਰਨਾ ਪਾਪ ਨਹੀਂ ਹੈ। ਜੇਕਰ ਤੂੰ ਉਹਨਾਂ ਦੀ ਆਤਮਾ 'ਤੇ ਖੋ ਨਹੀਂ ਸਕਦਾ, ਆਤਮਾ 'ਤੇ ਸਥਿਰ ਹੈ। ਇਸੇ ਵਾਸਤੇ ਸਤਿਗੁਰੂ ਵੀ ਕਹਿ ਰਹੇ ਹੈ ਕਿ ਕਦੇ ਵਾਸਤੇ ਸੰਸਾ ਨਹੀਂ ਕਰਨਾ। ਜਦੋਂ ਇਹ ਭਰੋਸਾ ਹੋ ਗਿਆ, ਬਿਨਾਂ ਸੰਸੇ ਤੋਂ ਮੁਕਤ ਹੋਵੋਗੇ। ਅਸ ਉਪਦੇਸ਼ ਸੁਣਿਓ ਸਿੱਖ ਭਏ। ਇਹੋ ਜਿਹਾ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਉਹ ਸਿੱਖ ਬਣ ਗਏ ਸਾਰੇ ਲੋਕ। ਸ਼੍ਰੀ ਨਾਨਕ ਮਹਿ ਨਿਹਚਾ ਕਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ 'ਤੇ ਉਹਨਾਂ ਦਾ ਅਥਾਹ ਭਰੋਸਾ ਬਣ ਗਿਆ। ਉਹਨਾਂ ਦੀ ਸ਼ਰਧਾ ਜਾਗ ਪਈ। ਸਤ ਸੰਗਤ ਹੋਵਨ ਤਹਿ ਲਾਗੀ। ਉੱਥੇ ਫਿਰ ਰੋਜ਼ਾਨਾ ਹੀ ਨਿੱਤਾ ਪ੍ਰਤੀ ਰੋਜ਼ਮर्रा ਸਾਧ ਸੰਗਤ ਹੋਣ ਲੱਗੀ ਹੈ, ਸਤ ਸੰਗਤ ਹੋਣ ਲੱਗਾ ਹੈ। ਰੋਜ਼ਾਨਾ ਹੀ ਵਾਹਿਗੁਰੂ ਦੇ ਗੁਣ ਗਾਉਣ ਲੱਗੇ। ਹਰ ਕੀਰਤ ਗਾਵਹਿ ਵਡ ਭਾਗੀ। ਵਾਹਿਗੁਰੂ ਦੇ ਗੁਣ ਗਾਉਂਦਿਆਂ ਉਹਨਾਂ ਦੀ ਵਡਭਾਗੀ ਕੀ? ਵੱਡਾਪਨ। ਉਹਨਾਂ ਦੀ ਜਿਹੜੀ ਮਨ ਵਿੱਚ ਵੱਡੇਪਨ ਦੀ ਬਿਰਤੀ ਸੀ, ਉਹ ਭਾਗ ਗਈ, ਭਾਵ ਨਾਸ ਹੋ ਗਈ। ਜਿਹੜਾ ਮਨ ਵਿੱਚ ਅਹੰਕਾਰ ਸੀ, ਉਹ ਖਤਮ ਹੋ ਗਿਆ। ਵਾਹਿਗੁਰੂ ਦੇ ਗੁਣ ਗਾਉਂਦਿਆਂ ਸੇਵਾ ਸੰਤਨ ਕੀ ਸਭ ਕਰਹੀ। ਸਾਰੇ ਫਿਰ ਸੰਤਾਂ ਭਗਤਾਂ ਦੀ ਸੇਵਾ ਕਰਨ ਲੱਗੇ। ਧਨ ਸ਼ਰਧਾ ਹਰ ਨਾਮ ਸਿਮਰਹੀ। ਸ਼ਰਧਾ ਧਾਰ ਕੇ, ਭਰੋਸਾ ਰੱਖ ਕੇ ਵਾਹਿਗੁਰੂ ਦਾ ਚਿੰਤਨ ਕਰਦੇ ਹੈ, ਰੋਜ਼ ਕਰਦੇ ਹੈ। ਹੁਣ ਸੰਸਾ ਨਹੀਂ ਕੋਈ ਰਹਿ ਗਿਆ। ਜਿਹੜਾ ਸੰਸਾ ਸੀ ਨਾ ਮਨ ਵਿੱਚ ਕਿ ਖੌਰੇ ਰੱਬ ਹੈ ਕਿ ਨਹੀਂ ਹੈ, ਉਹ ਸੰਸਾ ਹਮ ਦੂਰ ਹੋ ਗਿਆ। ਦੋਹਰਾ ਇਤਕ ਦਿਵਸ ਸ੍ਰੀ ਗੁਰ ਰਹੇ, ਦਿਨੋਂ ਧਰਮ ਦ੍ਰਿੜਾਏ। ਕੁਝ ਕੁ ਦਿਨ ਸਤਿਗੁਰੂ ਉੱਥੇ ਰਹੇ ਹੈ। ਉਹਨਾਂ ਮਨੁੱਖਾਂ 'ਤੇ ਤਰਸ ਕਰਕੇ ਧਰਮ ਦ੍ਰਿੜ ਕਰਾ ਦਿੱਤਾ ਹੈ। ਵਾਹਿਗੁਰੂ ਦੇ ਨਾਮ ਵਿੱਚ ਉਹਨਾਂ ਨੂੰ ਜੁਟਾ ਦਿੱਤਾ। ਕਰ ਸੰਤੋਖ ਸਿੰਘ ਬੰਦਨਾ, ਪੂਰਨ ਹੋਇਓ ਅਧਿਆਇ। ਇਸ ਤਰ੍ਹਾਂ ਇਹ ਅਧਿਆਇ ਸਮਾਪਤ ਹੋਇਆ। ਅਗਲੀ ਵਾਰਤਾ ਸੁਣੋ। ਦੋਹਰਾ ਸਮਤ ਸਦਨ ਕੁਮਤਹਿ ਕਦਨ, ਇੰਦ ਬਦਨ ਜਗ ਮਾਹੇ। ਅਗਲਾ ਪ੍ਰਸੰਗ, ਜਦੋਂ ਸਤਿਗੁਰੂ ਜੀ ਅਫਗਾਨ ਵੱਲ ਗਏ ਹੈ, ਈਰਾਨ ਦਾ ਜਦੋਂ ਸਤਿਗੁਰਾਂ ਨੇ ਰਟਨ ਕੀਤਾ, ਉਹ ਪ੍ਰਸੰਗ ਹੁਣ ਸ਼ੁਰੂ ਹੋਣ ਲੱਗਾ। ਪਹਿਲਾਂ ਮੰਗਲਾਚਰਨ ਕਰਦੇ ਹੈ, ਕਹਿੰਦੇ ਸਮਤ ਸਦਨ,
ਜਿਹੜੇ ਸਤਿਗੁਰੂ ਸ੍ਰੇਸ਼ਟ ਮਤੀ ਦੇ ਘਰ ਹਨ ਤੇ ਕੁਮਤਿ ਕਦਨ ਖੋਟੀ ਮਤ ਨੂੰ ਨਾਸ ਕਰਨ ਵਾਲੇ ਹੈ। ਇੰਦ ਬਦਨ ਜਗ ਮਾਹੇ, ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਹੈ ਨਾ, ਕਿੰਨਾ ਸੋਹਣਾ ਲੱਗਦਾ, ਸੁੰਦਰ ਲੱਗਦਾ, ਇਉਂ ਸਤਿਗੁਰੂ ਜੀ ਮਹਾਰਾਜ ਪੂਰਨਮਾਸ਼ੀ ਦੇ ਚੰਦ ਵਰਗੇ ਜਗਤ ਵਿੱਚ ਖਿਲੇ। ਬੰਦੋਂ ਪਦ ਅਰਬਿੰਦ ਤੇ ਕਹੋ ਕਥਾ ਸੁਖਦਾਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਐਸੇ ਸਤਿਗੁਰਾਂ ਦੇ ਚਰਨਾਂ ਕਮਲਾਂ 'ਤੇ ਮੱਥਾ ਟੇਕਦੇ ਹਾਂ। ਅਤੇ ਹੁਣ ਅਗਲੀ ਉਹਨਾਂ ਦੀ ਕਥਾ ਸੁਣਾਉਂਦੇ ਹਾਂ, ਜੋ ਸਤਿਗੁਰਾਂ ਨੇ ਜੀਵਨ ਪਰਯੰਤ ਕੌਤਕ ਕੀਤੇ ਉਹ ਬਿਆਨ ਕਰਦੇ। ਸ਼੍ਰੀ ਬਾਲਾ ਸੰਗੁਰਵਾਚ ਭਾਈ ਬਾਲਾ ਜੀ ਸੁਣਾ ਰਹੇ ਨਾ ਸਾਰੀ ਗਾਥਾ, ਪਿੱਛੇ ਆਪਾਂ ਸੁਣਦੇ ਆ ਰਹੇ ਸਾਰਾ ਕੁਛ, ਕਿ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਾਰਾ ਪ੍ਰਸੰਗ ਸੁਣਾ ਰਹੇ ਹੈ। ਭਾਈ ਬਾਲਾ ਜੀ ਕਹਿੰਦੇ, ਸੁਣੀਏ ਸ਼੍ਰੀ ਅੰਗਦ ਇਤਿਹਾਸਾ। ਐ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਸਤਿਗੁਰੂ ਜੀ ਉਸ ਖੰਡ 'ਚੋਂ ਚਲੇ ਗਏ ਆ ਨਾ, ਵਿਦਾ ਹੋਏ, ਫਿਰ ਈਰਾਨ ਵੱਲ, ਅਫਗਾਨ ਵੱਲ ਜਦੋਂ ਸਤਿਗੁਰੂ ਗਏ, ਵਿਦਾ ਹੋਏ ਗਮਨੇ ਸੁਖ ਰਾਸਾ। ਉਸ ਦੇਸ਼ ਵਿੱਚੋਂ ਸਤਿਗੁਰੂ ਜੀ ਵਿਦਾ ਹੋ ਗਏ ਸੀ। ਜਿਹੜੇ ਮਨੁੱਖਾਂ ਦਾ ਸਤਿਗੁਰਾਂ ਨੇ ਭਰਮ ਕੱਟਿਆ ਸੀ, ਜਿਹੜੇ ਜਨਮ ਵੇਲੇ ਰੋਮਦੇ ਅਤੇ ਜਦੋਂ ਸਰੀਰ ਛੱਡਦੇ ਉਦੋਂ ਹੱਸਦੇ ਸੀ, ਉਹਨਾਂ ਮਨੁੱਖਾਂ ਦਾ ਭਰਮ ਜਦੋਂ ਸਤਿਗੁਰੂ ਜੀ ਕੱਢ ਕੇ ਉੱਥੋਂ ਗਏ। ਕੇਤਮਾਲ ਜਹ ਖੰਡ ਸੁਹਾਵਾ, ਇਹ ਕੇਤੂਮਾਲ ਖੰਡ ਇੱਧਰ ਈਰਾਨ ਅਫਗਾਨ ਵੱਲ ਪੈ ਜਾਂਦਾ। ਇੱਧਰ ਜਦੋਂ ਸਤਿਗੁਰੂ ਗਏ ਤਾਂ ਪਹੁੰਚੇ ਦੁੱਖ ਬਨ ਦਾਵਾ। ਐਸੇ ਸਤਿਗੁਰੂ ਜੀ ਵੇਖੋ, ਅੱਗ ਜਿਹੜੀ ਹੈ, ਇੱਕ ਤਾਂ ਅੱਗ ਪ੍ਰਤੱਖ ਚੁੱਲ੍ਹਿਆਂ ਵਿੱਚ ਬਲਦੀ ਹੈ, ਇੱਕ ਅੱਗ ਜੰਗਲ ਵਿੱਚ ਲੱਗਦੀ ਹੈ। ਜਦੋਂ ਆਪਸ ਵਿੱਚ ਹੀ ਰੁੱਖ ਖਹਿ ਕੇ ਜਦੋਂ ਅੱਗ ਜੰਗਲ ਵਿੱਚ ਮੱਚ ਜਾਂਦੀ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਜੰਗਲ ਰੂਪ ਦੁੱਖਾਂ ਨੂੰ ਸਾੜਨ ਵਾਸਤੇ ਦਾਵਾ ਅਗਨੀ ਦੀ ਨਿਆਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਥੇ ਗਏ ਤਾਂ ਭੂਪ ਪ੍ਰਜਾ ਤਹਿ ਕੇ ਨਰ ਸਾਰੇ, ਉੱਥੋਂ ਦੇ ਲੋਕ ਸਮੇਤ ਰਾਜੇ ਦੇ ਸਾਰੇ ਲੋਕ ਜਿਹੜੇ ਪ੍ਰਜਾ ਦੇ ਵਿੱਚ ਰਹਿਣ ਵਾਲੇ, ਪੂਜਹਿ ਸ਼੍ਰੀ ਚੰਡੀ ਹਿਤ ਧਾਰੇ, ਉਹ ਸਾਰੇ ਦੁਰਗਾ ਦੇ ਉਪਾਸਕ ਸਨ। ਸਾਰੇ ਬੜੇ ਦੁਰਗਾ ਦੇਵੀ ਨੂੰ ਪੂਜਦੇ। ਉੱਥੇ ਮੰਦਿਰ ਬਣਿਆ ਹੋਇਆ ਸੀ ਬਕਾਇਦਾ ਦੁਰਗਾ ਦੇਵੀ ਦਾ। ਉਹ ਬੜੇ ਲੋਕ ਇਹਨੂੰ ਪੂਜਣ ਵਾਲੇ ਸੀ। ਮੇਲਾ ਹੁਤੋ ਵਿਸ਼ਾਲ ਸੋ ਤਹਿਵਾ, ਉੱਥੇ ਵਿਸ਼ਾਲ ਬੜਾ ਵੱਡਾ ਮੇਲਾ ਸੀ ਦੁਰਗਾ ਦੇਵੀ ਦੇ ਨਾਂ ਦਾ। ਚੰਡੀ ਦਾ ਮੇਲਾ ਲੱਗਾ ਸੀ ਉੱਥੇ, ਬੜੇ ਲੋਕ ਉੱਥੇ ਆ ਜਾ ਰਹੇ। ਭਵਨ ਕਾਲਕਾ ਰਾਜਿਤ ਜਹਿਵਾ, ਉੱਥੇ ਕਾਲਕਾ ਦਾ ਜਿਹੜਾ ਮੰਦਿਰ ਸੀ ਨਾ, ਉੱਥੇ ਬੜੀਆਂ ਫੁੱਲਾਂ ਦੀਆਂ ਮਾਲਾਂ ਕੀਤੀਆਂ ਸੀ, ਕਈ ਤਰ੍ਹਾਂ ਦੇ ਉੱਥੇ ਸੁਗੰਧੀਆਂ ਲਗਾਈਆਂ ਸੀ, ਬਹੁਤ ਜ਼ਿਆਦਾ ਮਹਿਕ ਰਿਹਾ ਸੀ ਉਹ ਜਿਹੜਾ ਭਵਨ ਮੰਦਿਰ ਸੀ ਜਿਹੜਾ ਦੁਰਗਾ ਦਾ। ਅਤੇ ਇੰਨੇ ਨੂੰ ਵੈਸੇ ਸ਼੍ਰੀ ਗੁਰ ਮਾਰਗ ਮਾਹੀ, ਜਿੱਥੇ ਉਹ ਮੰਦਿਰ ਸੀ ਨਾ, ਸਥਿਤ ਸੀ ਜਿੱਥੇ ਮੰਦਿਰ, ਉੱਥੇ ਸਤਿਗੁਰੂ ਰਸਤੇ ਵਿੱਚ ਬੈਠ ਗਏ। ਜਿੱਧਰ ਨੂੰ ਲੋਕ ਆ ਜਾ ਰਹੇ ਸੀ, ਮੰਦਿਰ ਵਿੱਚ ਮੱਥਾ ਟੇਕ ਕੇ ਟੱਲ ਖੜਕਾ ਕੇ ਵਾਪਸ ਆਉਂਦੇ ਸੀ ਨਾ, ਉੱਥੇ ਸਤਿਗੁਰੂ ਰਸਤੇ ਵਿੱਚ ਹੀ ਬੈਠ ਗਏ। ਨਰ ਅਨੇਕ ਆਵਹਿ ਇੱਕ ਜਾਹੀ, ਫਿਰ ਅਨੇਕਾਂ ਮਨੁੱਖ ਆਉਂਦੇ ਹੈ, ਅਨੇਕਾਂ ਜਾ ਰਹੇ ਨੇ, ਅਤੇ ਸਤਿਗੁਰੂ ਨੂੰ ਵੇਖਦੇ ਪਏ ਹੈ, ਸੋਚਦੇ ਆ ਇਹ ਮਨੁੱਖ ਅਲੌਕਿਕ ਜਿਹੇ ਲੱਗਦੇ ਆ, ਇੱਧਰ ਦੇ ਤਾਂ ਲੱਗਦੇ ਨਹੀਂ, ਪਤਾ ਨਹੀਂ ਕਿੱਥੋਂ ਆਏ ਆ। ਇਉਂ ਦੇਖ ਕੇ ਅਤੇ ਸਾਰੇ ਲੋਕ ਲਾਗੋਂ ਚਲੇ ਜਾਂਦੇ ਆ। ਕੋਈ ਵੀ ਸਤਿਗੁਰਾਂ ਨੂੰ ਬੁਲਾ ਨਹੀਂ ਰਿਹਾ। ਲੇਲੇ ਬਲ ਪਸ਼ ਭੇਟ ਚੜਾਵਹਿ, ਕੋਈ ਲੇਲੇ ਲੈ ਕੇ ਆ ਰਹੇ ਆ ਬੱਕਰਿਆਂ ਦੇ, ਕੋਈ ਪਸ਼ੂ ਲੈ ਕੇ ਆ ਰਹੇ ਹੈ, ਸੰਡੇ ਇਤਿਆਦਿ ਤਰ੍ਹਾਂ ਤਰ੍ਹਾਂ ਦੇ ਬਲੀਆਂ ਵਾਸਤੇ ਲੋਕ ਜਾਨਵਰ ਲੈ ਕੇ ਆਉਂਦੇ। ਬਰ ਭਾਵ ਨਿਜ ਸੀਸ ਝੁਕਾਵਹਿ, ਇਹ ਮਨ ਵਿੱਚ ਸੋਚਦੇ ਆ ਅਸੀਂ ਬਲੀ ਚੜਾਵਾਂਗੇ ਅਤੇ ਖੌਰੇ ਦੁਰਗਾ ਸਾਡੇ 'ਤੇ ਪ੍ਰਸੰਨ ਹੋ ਕੇ ਸਾਨੂੰ ਵਰ ਦੇਵੇਗੀ। ਇਹ ਮਨ ਵਿੱਚ ਠਾਣ ਕੇ ਉਹ ਉੱਥੇ ਜਾ ਕੇ ਸਿਰ ਝੁਕਾਉਂਦੇ ਨੇ, ਬੜੇ ਗੁਣ ਗਾਉਂਦੇ ਆ ਦੁਰਗਾ ਦੇ। ਜਬਹਿ ਨ੍ਰਿਪਤ ਦੇ ਆਇਓ ਟੋਲਾ, ਉਸ ਦੇਸ਼ ਦਾ ਜਿਹੜਾ ਰਾਜਾ ਸੀ ਨਾ, ਉਹ ਵੀ ਦੁਰਗਾ ਦਾ ਉਪਾਸਕ ਸੀ। ਆਪ ਦੀ ਉਹ ਸੈਨਾ ਲੈ ਕੇ, ਲਸ਼ਕਰ ਲੈ ਕੇ ਉਹ ਵੀ ਜਦੋਂ ਇੱਧਰ ਨੂੰ ਆ ਰਿਹਾ ਤਾਂ ਹਮਹਿ ਬਲੋਕਤ ਮੁਖ 'ਤੇ ਬੋਲਾ। ਭਾਈ ਬਾਲਾ ਜੀ ਕਹਿੰਦੇ ਜਦੋਂ ਸਾਡੇ ਨੇੜੇ ਆ ਗਿਆ ਨਾ, ਸਾਡੇ ਜਦੋਂ ਨੇੜੇ ਆ ਗਿਆ ਅਤੇ ਸਾਨੂੰ ਦੇਖ ਕੇ ਆਪਦਿਆਂ ਸੈਨਿਕਾਂ ਨੂੰ ਕਹਿਣ ਲੱਗਾ, ਅਪਰ ਦੇਸ਼ ਕੇ ਮਨੁਜ ਦਿਸਾਵਹਿ, ਇਹ ਜਿਹੜੇ ਮਨੁੱਖ ਬੈਠੇ ਆ ਤਿੰਨ ਜਾਣੇ, ਇਹ ਲੱਗਦਾ ਕਿਤੋਂ ਦੂਰੋਂ ਹੀ ਆਏ ਹੈ। ਇਹ ਮਨੁੱਖ ਪਹਿਲਾਂ ਤਾਂ ਇੱਥੇ ਦੇਖੇ ਨਹੀਂ ਹੈ, ਆਪਣੇ ਦੇਸ਼ ਦੇ ਵੀ ਨਹੀਂ ਹੈ,
ਇਸ ਵਾਸਤੇ ਇੱਕ ਗਹਿਲੇ ਵਹਿ ਭੇਟ ਚੜਾਵਹਿ। ਉਹਨੇ ਆਪਣੇ ਸਿਆਣਕਾਂ ਨੂੰ ਕਿਹਾ, ਅਹਿਲਕਾਰਾਂ ਨੂੰ ਕਿਹਾ, ਕਹਿਣ ਲੱਗਾ ਇਹਨਾਂ 'ਚੋਂ ਇੱਕ ਬੰਦੇ ਨੂੰ ਫੜ ਲਓ ਅਤੇ ਇਹਦੀ ਭੇਟਾ ਚੜਾਵਾਂਗੇ ਫਿਰ ਜਾ ਕੇ ਦੁਰਗਾ ਦੇ ਦੁਆਰੇ। ਬਹੁਤ ਦੁਰਗਾ ਖੁਸ਼ ਹੋਏਗੀ ਇਹ ਭੇਟਾ ਦੇਖ ਕੇ। ਇਉਂ ਮਨ ਵਿੱਚ ਠਾਣ ਕੇ ਉਹਨਾਂ ਨੇ ਸੁਣੀਏ ਸ੍ਰੀ ਅੰਗਦ ਕਹਿ ਬਾਲਾ। ਉਹਨਾਂ ਨੇ ਇੱਕ ਲੈਣਾ ਸੀ, ਉਹਨਾਂ ਵਿੱਚੋਂ ਤਿੰਨਾਂ 'ਚੋਂ ਇੱਕ ਫੜਨਾ ਸੀ। ਬਾਲਾ ਜੀ ਕਹਿਣ ਲੱਗੇ ਕਿ ਗੁਰੂ ਅੰਗਦ ਦੇਵ ਜੀ ਸੁਣੋ, ਜਦੋਂ ਉਹਨੇ ਆਖਿਆ ਨਾ ਇਸ ਤਰ੍ਹਾਂ ਕਿ ਇਹਨਾਂ ਤਿੰਨਾਂ ਵਿੱਚੋਂ ਇੱਕ ਫੜ ਲਓ ਤਾਂ ਮੁਝ ਕੋ ਗਾਲੀਨੋ ਤੇ ਕਾਲਾ, ਅਤੇ ਮੈਨੂੰ ਉਹਨਾਂ ਨੇ ਫੜ ਲਿਆ। ਭਾਈ ਬਾਲਾ ਜੀ ਕਹਿ ਰਹੇ ਆ, ਕਹਿੰਦੇ ਮੈਨੂੰ ਉਹਨਾਂ ਨੇ ਵਿੱਚੋਂ ਖਿੱਚ ਕੇ ਲੈ ਗਏ ਆ ਬਾਹਰ, ਅਤੇ ਹੱਥ ਘੜੀਆਂ ਲਾ ਲਈਆਂ ਨੇ, ਮੇਰੇ ਹੱਥ ਬੰਨ੍ਹ ਲਏ ਅਤੇ ਲੈ ਗਏ ਨਾਲ। ਬਹੁ ਹਰਖਾਏ ਵਜਾਵੈ ਢੋਲੂ, ਬੜੇ ਹੱਸਦੇ ਪਏ ਆ, ਢੋਲ ਵਜਾਉਂਦੇ ਪਏ ਆ, ਬੜੇ ਖੁਸ਼ ਹੋ ਰਹੇ ਵੀ ਬੰਦਾ ਕਾਬੂ ਕਰ ਲਿਆ ਆਪਾਂ ਨੇ। ਹੁਣ ਇਹਦੀ ਬੜੀ ਚੜ੍ਹਾਵਾਂਗੇ, ਦੁਰਗਾ ਦੀਆਂ ਖੁਸ਼ੀਆਂ ਲਵਾਂਗੇ। ਬੜਾ ਢੋਲ ਵਜਾਉਣ ਲੱਗੇ। ਮੁਝੇ ਚਲਾਇਓ ਅੰਗਰਜ ਟੋਲੂ, ਮੇਰੇ ਹੱਥ ਬੰਨ੍ਹ ਕੇ ਅਤੇ ਮੈਨੂੰ ਆਪ ਦੇ ਟੋਲੇ ਤੋਂ ਅੱਗੇ ਲੈ ਕੇ ਜਾ ਰਹੇ ਆ, ਅਤੇ ਧੱਕੇ ਮਾਰ ਮਾਰ ਕੇ ਅੱਗੇ ਕਰਦੇ ਪਏ ਵੀ ਤੂੰ ਅੱਗੇ ਚੱਲ, ਅੱਗੇ ਚੱਲ। ਇੱਦਾਂ ਕਰਦੇ ਹੋਏ ਮੈਨੂੰ ਅੱਗੇ ਲਾ ਕੇ ਲੈ ਗਏ। ਕਹਿ ਕੇ ਭੇਟ ਬਲੀ ਹਮ ਪਾਈ, ਕਹਿੰਦੇ ਹੁਣ ਚੰਗੀ ਆਪਾਂ ਬਲੀ ਹਾਸਲ ਕੀਤੀ ਹੈ, ਹੁਣ ਤਾਂ ਦੁਰਗਾ ਜ਼ਰੂਰ ਖੁਸ਼ ਹੋਏਗੀ ਸਾਡੇ 'ਤੇ। ਹੋਵੇ ਪ੍ਰਸੰਨ ਬਰ ਦੇ ਜਗ ਮਾਈ, ਹੁਣ ਤਾਂ ਦੁਰਗਾ ਦੇਵੀ ਪ੍ਰਸੰਨ ਹੋ ਕੇ ਸਾਨੂੰ ਕੋਈ ਨਾ ਕੋਈ ਵਰ ਦੇਵੇਗੀ, ਸਾਡੀ ਜੋ ਵੀ ਮਨੋਕਾਮਨਾ ਹੋਏਗੀ ਅਵੱਸ਼ ਪੂਰੀ ਕਰੇਗੀ। ਇਹ ਮਨ ਵਿੱਚ ਉਹਨਾਂ ਨੇ ਸੋਚਿਆ ਸੀ ਪਹਿਲੇ ਹੀ, ਕਿਉਂਕਿ ਆਪ ਤੇ ਕੁਛ ਕਰਨਾ ਨਹੀਂ ਸੀ। ਸੋ ਇਹਨਾਂ ਨਾਲ ਧੱਕਾ ਕਰਕੇ ਸੋਚਦੇ ਖੌਰੇ ਦੁਰਗਾ ਸਾਡੇ 'ਤੇ ਪ੍ਰਸੰਨ ਹੋ ਜਾਵੇਗੀ। ਇਹ ਸੋਚ ਕੇ ਤਿਹ ਛਿਨ ਆਇਓ ਢਿੱਗ ਮਰਦਾਨਾ। ਇਹਨੇ ਨੂੰ ਮਰਦਾਨਾ ਜੀ ਅਤੇ ਸਤਿਗੁਰੂ ਪਿੱਛੇ ਪਿੱਛੇ ਆ ਰਹੇ ਸੀ। ਮਰਦਾਨਾ ਪਿੱਛੋਂ ਭੱਜ ਕੇ ਅਤੇ ਬਾਲਾ ਜੀ ਦੇ ਕੋਲ ਆ ਗਿਆ ਹੈ। ਕੀ ਆਖਦਾ ਮੁਝ ਸੋ ਇਸ ਦਿਲ ਬਚਨ ਬਖਾਨਾ। ਮਰਦਾਨੇ ਨੇ ਬਾਲਾ ਜੀ ਨੂੰ ਕਿਹਾ, ਕਹਿਣ ਲੱਗੇ ਹੈ ਮੇਰੇ ਮਿੱਤਰ ਬਾਲਿਆ, ਹੁਣ ਔਖਾ ਸਮਾਂ ਆ ਗਿਆ ਈ। ਬਾਲੇ ਰਹਿਓ ਜੀਵਨ ਤੇਰਾ, ਇਹ ਬਾਲੇ ਤੇਰਾ ਹੁਣ ਜੀਵਨ ਨਹੀਂ ਬਚਦਾ, ਹੁਣ ਤਾਂ ਮਰੇਗਾ ਤੂੰ ਪੱਕਾ, ਹੁਣ ਨਹੀਂ ਬਚੇਗਾ ਤੂੰ, ਕਿਉਂਕਿ ਇਹਨਾਂ ਨੇ ਜਿਹੜਾ ਸਾਰਾ ਕੁਛ ਪ੍ਰਬੰਧ ਕੀਤਾ ਨਾ ਤੇਰੇ ਵਾਸਤੇ ਹੀ ਕੀਤਾ ਹੀ। ਹੁਣ ਕੀ ਕਰੇਗਾ, ਹੁਣ ਤਾਂ ਮਰ ਜਾਏਗਾ ਤੂੰ, ਤੇਰਾ ਹੁਣ ਜੀਵਨ ਨਹੀਂ ਬਚੇਗਾ। ਮ੍ਰਿਤਿਉ ਕਾਲ ਮੈਂ ਤੋ ਕੋ ਘੇਰਾ, ਕਹਿੰਦਾ ਬੜਾ ਮਾੜਾ ਹੋ ਗਿਆ ਹੈ, ਚੰਗਾ ਭਲਾ ਸੀ ਤੂੰ ਸਾਡੇ ਨਾਲ, ਅੱਜ ਕਸੂਤਾ ਪੰਗਾ ਪਾ ਲਿਆ ਆਪਾਂ ਨੇ। ਸੋ ਇਹ ਹੁਣ ਤੈਨੂੰ ਘੇਰ ਕੇ ਲੈ ਗਏ ਹੈ, ਤੈਨੂੰ ਮੌਤ ਨੇ ਘੇਰ ਲਿਆ ਹੈ, ਹੁਣ ਚਾਰੇ ਚੁਫੇਰਿਓ, ਹੁਣ ਕੀ ਕਰਾਂਗੇ ਆਪਾਂ, ਤੂੰ ਤਾਂ ਹੁਣ ਪੱਕਾ ਮਰ ਜਾਏਗਾ। ਇਉਂ ਮਰਦਾਨਾ ਜੀ ਨੇ ਜਦੋਂ ਇਹੋ ਜਿਹੇ ਬਚਨ ਕੀਤੇ, ਸਿਰ ਉਤਾਰ ਕੇ ਭੇਟ ਚੜਾਵਹਿ। ਹੁਣ ਇਹ ਬਾਲਾ ਜੀ ਯਾਦ ਰੱਖੋ, ਤੁਹਾਡਾ ਸਿਰ ਉਤਾਰ ਕੇ ਚੰਡੀ ਦੇ ਚਰਨਾਂ ਵਿੱਚ ਰੱਖਣਗੇ, ਫਿਰ ਬਹੁਤ ਜ਼ਿਆਦਾ ਖੁਸ਼ ਹੋਣਗੇ, ਢੋਲ ਵਜਾਉਣਗੇ, ਤੁਹਾਡੇ ਖੂਨ ਦਾ ਚੰਡੀ ਦੀ ਤਲਵਾਰ ਨੂੰ ਜਿਹੜਾ ਹੈ ਤਿਲਕ ਲਗਾਉਣਗੇ। ਤਾਂ ਇਹ ਹੁਣ ਤੁਹਾਡੇ ਨਾਲ ਇਹੋ ਜਿਹਾ ਕੌਤਕ ਹੋਵੇਗਾ। ਹੁਣ ਕੀ ਕਰੋਗੇ ਤੁਸੀਂ, ਪੂਜ ਗੌਰ ਜਾ ਕੋਈ ਬਰ ਪਾਵਹਿ। ਵੇਖ ਲੈ ਭਾਈ ਬਾਲਿਆ, ਕਿਹੋ ਜਿਹੇ ਲੋਕ ਹੀ ਹੈ, ਇਹਨਾਂ ਨੇ ਤੁਹਾਨੂੰ ਮਾਰ ਦੇਣਾ ਹੈ ਅਤੇ ਵਰ ਇਹਨੇ ਦੁਰਗਾ ਕੋ ਪਾ ਲੈਣਾ ਹੈ। ਕਿੰਨੇ ਦੁਸ਼ਟ ਲੋਕ ਹੈ। ਮਰਦਾਨਾ ਜੀ ਇਹੋ ਜਿਹੇ ਜਿਹੜੇ ਹੈ ਬਚਨ ਜਦੋਂ ਕਰਦੇ ਪਏ ਹੈ, ਦੁਖਦਾਈ ਸਮਾਂ ਦੇਖ ਕੇ, ਅਤੇ ਬਾਲਾ ਜੀ ਕਹਿਣ ਲੱਗੇ ਮੈਂ ਬੋਲਿਓ ਤੂੰ ਝੂਠ ਉਚਾਰਾ। ਮੈਂ ਆਖਿਆ, ਬਾਲਾ ਜੀ ਕਹਿਣ ਲੱਗੇ ਵੀ ਇਹ ਮਰਦਾਨਿਆ ਤੂੰ ਝੂਠ ਬੋਲਦਾ ਹੈ, ਕਿਉਂ ਝੂਠ ਬੋਲਦਾ ਹੈ। ਸੁਣ ਮਰਨ ਜੀਵਨ ਤਨ ਕੋ ਵਿਵਹਾਰਾ। ਮੈਂ ਕਿਹਾ ਕਿ ਮਰਨਾ ਅਤੇ ਜੀਵਣਾ ਇਹ ਤਨ ਦਾ ਕਰਮ ਹੈ, ਤਨ ਮਰਦਾ ਹੈ, ਤਨ ਜਨਮਦਾ ਹੈ। ਤਨ ਵਿੱਚ 6 ਦੋਸ਼ ਹੈ, ਜਿਵੇਂ ਭੁੱਖ ਪਿਆਸ ਲੱਗਣੀ, ਫਿਰ ਸਰਦੀ ਗਰਮੀ ਲੱਗਣੀ, ਮਰਨਾ ਜੀਵਣਾ, ਵਧਣਾ ਘਟਣਾ, ਇਹ ਸਰੀਰ ਦਾ ਕਰਮ ਹੈ। ਇਸ ਵਾਸਤੇ ਇਹ ਮੇਰੇ ਮਿੱਤਰ ਮਰਦਾਨਿਆ, ਤੂੰ ਝੂਠ ਕਿਉਂ ਬੋਲਦਾ ਪਿਆ ਹੈ, ਤੈਨੂੰ ਪਤਾ ਨਹੀਂ ਕਿੰਨੀ ਵਾਰ ਸਤਿਗੁਰਾਂ ਨੇ ਕਿਹਾ ਹੈ ਸਾਨੂੰ ਕਿ ਸਰੀਰ ਮਰਦਾ ਹੈ, ਆਤਮਾ ਨਹੀਂ ਮਰਦੀ ਹੈ, ਤੂੰ ਝੂਠ ਕਿਉਂ ਬੋਲਿਆ। ਪੰਜ ਤੱਤ ਮਿਲ ਸਿਰਜ ਸਰੀਰਾ। ਇਹ ਜੋ 5 ਤੱਤ ਹੈ, 5 ਤੱਤ 25 ਗੁਣ 70 ਮਿੱਤਰ ਮਿਲ ਦੇਹ ਰਚਾਈ। ਭਾਈ ਗੁਰਦਾਸ ਜੀ ਨੇ ਕਿਹਾ ਨਾ ਕਿ ਜਿਹੜੇ ਇਹ ਸਾਰੇ ਸ਼ਤਰੂ ਹੈ 5 ਤੱਤ, ਜੇ ਅੱਗ 'ਤੇ ਪਾਣੀ ਪਾ ਦਈਏ ਅੱਗ ਬੁਝ ਜਾਂਦੀ ਹੈ। ਇਸੇ ਤਰ੍ਹਾਂ ਹਵਾ ਜੇ ਚੱਲਦੀ ਹੋਏ ਅਤੇ ਅੱਗ ਜਿਹੜੀ ਹੈ ਕਈ ਵਾਰ ਤਾਂ ਬੁਝ ਹੀ ਜਾਂਦੀ ਹੈ। ਕਿਉਂ ਸਾਰੇ ਇਹ ਤੱਤ ਆਪਸ ਵਿੱਚ ਵੈਰੀ ਹੈ।
ਪਰ ਵਾਹਿਗੁਰੂ ਨੇ ਕਿਰਪਾ ਕਰਕੇ 5 ਤੱਤਾਂ ਨੂੰ ਮਿਲਾ ਕੇ ਸਰੀਰ ਬਣਾਇਆ ਹੈ ਮਨੁੱਖ ਦਾ। ਕਹਿਣ ਲੱਗੇ 5 ਤੱਤਾਂ ਤੋਂ ਸਰੀਰ ਬਣਿਆ ਹੈ, ਤੇ ਸਰੀਰ ਤਾਂ ਬਿਨ ਸੁਜਾਤ ਜਬ ਹੋਤ ਬਖੀਰਾ। ਜਦੋਂ ਸਰੀਰ 'ਚੋਂ ਆਤਮਾ ਨਿਕਲ ਜਾਂਦੀ ਹੈ, ਇਹ ਸਰੀਰ ਫਿਰ ਉਸੇ ਵੇਲੇ ਨਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਸਰੀਰ ਦੇ ਜਿਹੜੇ ਜੰਤ ਹੈ ਵਿੱਚ ਕਿਰਮ ਹੈ, ਜਿਹੜੇ ਸਰੀਰ ਨੂੰ ਪਚਾ ਰਹੇ ਹੈ, ਭੋਜਨ ਪ੍ਰਸ਼ਾਦਾ ਪਚਾ ਰਹੇ ਹੈ, ਉਹ ਕਿਰਮ ਫਿਰ ਜੀਵ ਨੂੰ ਖਾਣਾ ਸ਼ੁਰੂ ਕਰ ਦਿੰਦੇ ਆ ਸਰੀਰ ਨੂੰ। ਉਹ ਸਰੀਰ ਫਿਰ ਜਿਹੜਾ ਸਾਡੀ ਮਦਦ ਕਰਦਾ ਸੀ, ਉਹ ਨਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਆਤਮਾ ਕਰਕੇ ਇਹ ਸਾਰਾ ਕੁਛ ਹੈ। ਜਦੋਂ ਆਤਮਾ ਨਿਕਲੀ, ਉਹ ਸਰੀਰ ਇੱਕ ਦਿਨ ਵੀ ਨਹੀਂ ਰਹਿ ਸਕਦਾ। ਉਸੇ ਵੇਲੇ ਫਿਰ ਇੱਕ ਘੜੀ ਪੁਨ ਰਹਿਣ ਨਾ ਹੋਈ, ਉਹ ਸਰੀਰ ਦੀ ਹਾਲਤ ਹੋ ਜਾਂਦੀ ਹੈ। ਇਸ ਵਾਸਤੇ ਸਰੀਰ ਤੇ ਨਾਸ ਹੋਣ ਵਾਲਾ 5 ਤੱਤ ਆਤਮ ਵਿਖਿਆ ਨਾ ਜਨਮ ਨਾ ਮਰਨਾ। ਆਤਮਾ ਵਿੱਚ ਨਾ ਜਨਮ ਹੈ ਨਾ ਮਰਨਾ, ਨਾ ਵਧਣਾ ਘਟਣਾ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਹ ਆਤਮਾ ਪਰਮਾਤਮਾ ਦਾ ਸਰੂਪ ਹੈ। ਇਸ ਵਾਸਤੇ ਆਤਮਾ ਕਦੇ ਨਹੀਂ ਨਾਸ ਹੁੰਦੀ। ਹਰਖ ਸੋ ਨਾ ਸੋਖ ਨਾ ਕਿਸੇ ਤੇ ਡਰਨਾ। ਆਤਮਾ ਨੂੰ ਕਿਸੇ ਦਾ ਕੋਈ ਡਰ ਨਹੀਂ, ਨਾ ਇਹਨੂੰ ਸੋਗ ਹੈ ਨਾ ਹਰਖ ਹੈ, ਨਾ ਕਿਸੇ ਦਾ ਡਰ ਹੈ। ਆਤਮਾ ਤੇ ਸਦਾ ਹੀ ਰਹਿਣ ਵਾਲੀ ਹੈ, ਆਦਿ ਕਾਲ ਤੋਂ ਹੈ, ਅਨਾਦਿ ਸਰੂਪ ਹੈ। ਇਸ ਵਾਸਤੇ ਆਤਮਾ ਨੂੰ ਕਾਹਦਾ ਡਰ ਹੋਣਾ। ਮਾਰ ਨਾ ਸਕੇ ਤਾਹੇ ਕੋ। ਸਰੀਰ ਨੂੰ ਆਪਾਂ ਮਾਰ ਸਕਦੇ ਹਾਂ, ਪਰ ਆਤਮਾ ਨੂੰ ਤਾਂ ਨਹੀਂ ਮਾਰ ਸਕਦੇ ਹਾਂ। ਇਸ ਵਾਸਤੇ ਡਰਨਾ ਕਿਹੜੀ ਗੱਲ ਦਾ। ਸਰੀਰ ਤੇ ਨਾਸ ਹੋਣਾ ਹੈ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਇਹ ਤਾਂ ਜਾਵੇਗਾ। ਇਸ ਵਾਸਤੇ ਮੈਂ ਸੋਚਦਾ ਹਾਂ ਕਿ ਮੈਂ ਨਹੀਂ ਮਰਾਂਗਾ। ਮੈਂ ਨਾ ਮਰਬੋ, ਮੈਂ ਨਾ ਮਰੋ ਮਰਬੋ ਸੰਸਾਰਾ। ਸੰਸਾਰ ਰੂਪ ਮਰ ਜਾਏਗਾ ਸੰਸਾਰ। ਕਬੀਰ ਜੀ ਕਹਿੰਦੇ ਮੈਂ ਨਹੀਂ ਮਰਾਂਗਾ, ਕਿਉਂਕਿ ਮੈਂ ਸਦਾ ਹੀ ਅਚਲ ਹਾਂ। ਮੈਂ ਵਾਹਿਗੁਰੂ ਦੀ ਬੂੰਦ ਹਾਂ, ਤੇ ਬੂੰਦ ਕਦੇ ਸਾਗਰ ਤੋਂ ਨਾਸ ਨਹੀਂ ਹੁੰਦੀ ਹੈ, ਸਗੋਂ ਸਾਗਰ ਵਿੱਚ ਹੀ ਮਿਲਦੀ ਹੈ ਜਾ ਕੇ। ਇਸ ਵਾਸਤੇ ਕਹਿੰਦੇ ਮੈਂ ਤਾਂ ਨਹੀਂ ਮਰਾਂਗਾ ਮਰਦਾਨਿਆਂ, ਕਿਉਂ ਇਹੋ ਜਿਹੀਆਂ ਗੱਲਾਂ ਕਰਦਾ। ਸਤ ਚੇਤਨ ਨਿਤ ਆਨੰਦ ਜੋ। ਸਤ ਜੋ 3 ਕਾਲ ਆਬਾਦ ਸਰੂਪ ਹੈ, 3 ਕਾਲਾਂ ਵਿੱਚ, ਪਹਿਲਾਂ ਵੀ ਭੂਤਕਾਲ ਵਿੱਚ, ਹੁਣ ਵੀ ਵਰਤਮਾਨ ਵਿੱਚ, ਤੇ ਆਉਣ ਵਾਲਾ ਸਮਾਂ ਭਵਿੱਖਕ ਸਮੇਂ। 3 ਸਮੇਂ ਵਿੱਚ ਜੋ ਰਹਿਣ ਵਾਲਾ ਹੈ, ਸੱਚਾ ਇਤਿਆਦਿ ਚੇਤਨ ਸਰੂਪ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਭਨਾਂ ਨੂੰ ਹਸਾਉਣ ਵਾਲਾ, ਰਲਾਉਣ ਵਾਲਾ, ਤੁਰਨ ਫਰਾਉਣ ਦੀ ਸ਼ਕਤੀ ਦੇਣ ਵਾਲਾ, ਉਹ ਆਪ ਚੇਤਨ ਸਰੂਪ ਹੈ, ਸਾਰਿਆਂ ਵਿੱਚ ਵਰਤ ਰਿਹਾ ਹੈ। ਫਿਰ ਆਨੰਦ ਸਰੂਪ ਹੈ, ਉਹ ਸਭਨਾਂ ਨੂੰ ਆਨੰਦ ਦੇਣ ਵਾਲਾ ਹੈ। ਭਾਵਕ ਦਹਿ ਨਾ ਨੀਰ ਡੁਬੈ ਹੈ। ਉਹ ਆਤਮਾ ਨੂੰ ਨਾ ਤੇ ਅੱਗ ਸਾੜ ਸਕਦੀ ਹੈ, ਨਾ ਪਾਣੀ ਡੁਬੋ ਸਕਦਾ ਹੈ। ਜਲ ਨਹੀਂ ਲੇਵੈ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਲ। ਸੋ ਨਾ ਅਗਨੀ ਸਾੜ ਸਕਦੀ ਹੈ, ਨਾ ਜਲ ਡੁਬੋ ਸਕਦਾ ਹੈ, ਨਾ ਚੋਰ ਉਹਨੂੰ ਖੋਹ ਕੇ ਲੈ ਜਾ ਸਕਦਾ ਹੈ। ਉਹ ਆਤਮਾ ਕਦੇ ਵਾਸਤੇ ਹਰਨ ਨਹੀਂ ਹੋ ਸਕਦੀ ਹੈ। ਸਰੀਰ ਦਾ ਅਪਮਾਨ ਹੋ ਸਕਦਾ ਹੈ, ਸਰੀਰ ਦਾ ਹਰਨ ਹੋ ਸਕਦਾ ਹੈ, ਪਰ ਆਤਮਾ ਸਦਾ ਹੈ। ਸਤ ਚੇਤਨ ਨਿਤ ਆਨੰਦ ਜੋ। ਕੋਟ ਸ਼ਸਤਰ ਸੋ ਨਹੀਂ ਛਿਦੈ ਹੈ। ਕਰੋੜਾਂ ਜੇਕਰ ਕੋਈ ਸ਼ਸਤਰ ਲੈ ਕੇ ਆ ਜਾਏ ਤੇ ਤਨ ਦਾ ਤਾਂ ਬੇਸ਼ੱਕ ਟੁਕੜਾ ਟੁਕੜਾ ਕਰ ਦਏ, ਪਰ ਆਤਮਾ ਦੇ ਰੋਮ ਨੂੰ ਵੀ ਕੋਈ ਛੇੜ ਨਹੀਂ ਸਕਦਾ ਹੈ। ਪਰ ਹੁਣ ਸਰੀਰ ਦੇ ਵੀ ਵਿਧੀ ਦੱਸਦੇ ਹਾਂ। ਸਰੀਰ ਕਿੰਨਾ ਚਿਰ ਰਹਿੰਦਾ ਹੈ। ਜੀਵਨ ਮਰਨਾ ਮਨ ਹੈ ਪ੍ਰਾਣੀ। ਪ੍ਰਾਣਾ ਧਾਰੀ ਜਿਹੜੇ ਜੀਵ ਹੈ ਨਾ, ਸਾਰੇ ਉਹਨਾਂ ਨੂੰ ਪ੍ਰਾਣੀ ਕਿਹਾ ਜਾਂਦਾ। ਕਹਿੰਦੇ ਸਾਰੇ ਪ੍ਰਾਣੀ ਜੀਵਨ ਮਰਨਾ ਸੋਚਦੇ ਰਹਿੰਦੇ ਹੈ, ਅਸੀਂ ਮਰਾਂਗੇ, ਅਸੀਂ ਜੀਵਾਂਗੇ, ਪਰ ਇਹ ਨਹੀਂ ਸੋਚਦੇ। ਧਨ ਹੰਕਾਰ ਸੋ ਜੇ ਅਗਿਆਨੀ। ਅਗਿਆਨ ਕਰਕੇ ਹੈ ਸਾਰੀ ਇਹ ਹਾਲਤ। ਅਗਿਆਨ ਕਰਕੇ ਇਉਂ ਲੱਗਦਾ ਹੈ। ਜਦੋਂ ਗਿਆਨ ਹੋਇਆ, ਗਿਆਨ ਦਾ ਜਬ ਸੇਜਾ ਆਵੇ, ਜਦੋਂ ਗਿਆਨ ਸਰੂਪ ਹਿਰਦੇ ਵਿੱਚ ਪ੍ਰਗਟ ਹੋ ਗਿਆ ਵਾਹਿਗੁਰੂ, ਤੇ ਫਿਰ ਇਹ ਸਾਰਾ ਭਰਮ ਮਿਟ ਜਾਏਗਾ। ਉਦੋਂ ਫਿਰ ਇਹ ਨਹੀਂ ਮਨੁੱਖ ਕਹੇਗਾ ਕਿ ਮੈਂ ਮਰਾਂਗਾ। ਫਿਰ ਤਾਂ ਇਹੋ ਕਹੇਗਾ ਕਿ ਸਰੀਰ ਹੈ, ਇਹ ਜਾਵੇਗਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਪਿਆਰੇ ਸਿੱਖ ਭਾਈ ਬਾਲਾ ਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਪੂਰਾ ਇਨ ਬਿਨ ਧਾਰ ਕੇ ਇਹ ਵਚਨ ਕਰਦੇ ਪਏ ਹੈ ਕਿ ਇਹ ਸਰੀਰ ਜਿਹੜਾ ਹੈ ਨਾਸ ਹੋਵੇਗਾ। ਅੰਤ ਸਮਾਂ ਤਨ ਆਨ ਲਗਤ ਜਬ। ਜਦੋਂ ਅੰਤ ਵੇਲਾ ਆ ਜਾਏ ਨਾ, ਜਦੋਂ ਸਰੀਰ ਦਾ ਅੰਤ ਵੇਲਾ ਆ ਜਾਏ, ਉਦੋਂ ਕੀ ਹੁੰਦਾ। ਕੋਈ ਉਪਾਏ ਨਾ ਰਾਖ ਸਕਤ ਤਬ। ਤੁਸੀਂ ਸੁਣਿਆ ਹੋਏਗਾ, ਸੰਸਕ੍ਰਿਤੀ ਵਿੱਚ ਸ਼ਬਦ ਆਉਂਦਾ ਹੈ। ਸਤਿਗੁਰੂ ਜੀ ਨੇ ਕਿਹਾ ਹੈ ਕਿ ਮ੍ਰਿਗੀ ਪੇਖੰਤ ਬਦਕ ਪ੍ਰਹਾਰੇ ਲਖ ਆਵਦ ਹੈ। ਇੱਕ ਹਿਰਨੀ ਸੀ ਸਾਧ ਸੰਗਤ ਜੀ, ਉਹ ਵਿਚਾਰੀ ਗਰਭਵਤੀ ਸੀ। ਸ਼ਿਕਾਰੀ ਆਇਆ
शिकारी ने आण के तीर खिंचिया उन्होंने मारने वास्ते, पर वो हिरनी ने वाहिगुरू अगे बेनती की, सच्चे पातशाह मेरी लाज रखो। फिर की होया, अरदास उहदी कबूल होई। जिहड़ा बधिक सी शिकारी सी, वो जदों तीर मारन लगा तो फिर उस वेले पहलां तो हवा आई, उन्हें चार चफेरे, एक बन्ने तो उन्हें कुत्ता खिला रहा सी शिकारी, एक बन्ने अग बाली सी, एक बन्ने जाल विछाया। वो हिरनी बेचारी किधर जाए, चारे बन्ने फसी सी कसूती। फिर तो उन्हें अरदास की, अरदास कबूल हुई। उन्हें तीर चलाया शिकारी ने, तो पहलां तो उहदे पैर ते सप लड़िया, नेड़े सप सी वो शिकारी उस वेले उहदा निशाना चुक गया। फिर वो जिहड़ा तीर मारे जाके कुत्ते दे लगा, जिहड़ी हवा आ रही सी, हवा नाल जाल उड़ के अग विच पै गया। फिर सतगुरां ने वचन कहा है, अहो जस रखेन गोपालह नानक रोम न छेदते। ऐ वाहिगुरू जी, जिन्हां दी तुसीं रखिया करदे हो ना, ਉਹਦਾ कोई रोम भी छेद नहीं सकता है, ਉਹਦਾ कोई रोम भी कट नहीं सकता। जिन्हों बचाना चाहो उन्होंने कोई मार नहीं सकता, जिन्हों मारना चाहो उन्होंने कोई रख नहीं सकता। इस वास्ते सतगुरु कह लगे, ए बाला जी कहते हैं जेकर शरीर का अंत वेला आए उदों कोई रख नहीं सकता। जीवन मरना मन ही प्राणी, जीवन मरण मनुख मनदा पिया है। कोई उपाय न राख सकत तब, कोई उपाव नहीं है जो मनुख नूं रख सके अंत वेले। अंत जे ना समा मृत के अब होई, जेकर अंत वेले का समा ना आया होए, जेकर वाहिगुरू ने बचाउणा होए, मनुख भावें सोची जाए हाँ भी ये मर जाएगा, पर जे वाहिगुरू ने रखना है फिर नहीं कोई मार सकता। रोम न छेद सकै कब कोई, ਉਹਦਾ रोम भी कोई कट नहीं सकता। देश काल पुन बस्त बहोरी, तीन चीज़ां दसदे है। जे मनुख का मरना जिहड़ा है मुकर्रर होया होए तो तीन चीज़ों का सुमेल हुंदा है। एक तो वो जगह जिथे जीव ने शरीर छड्डना है, एक वो समा आ गया होए, तो दूसरा तीसरा जिहड़ी वस्त नाल मरना है, एक्सीडेंट नाल, बीमारी नाल, जां किस नाल उन्हें शरीर त्यागना है। ये तिन्ने चीज़ां जदों जुड़ जाण तां जाके ये काम हुंदा। तीनों होए जात एक ठौरी, तिनों मिल जाण जाके, जदों तिन्हां दा सुमेल हो जाए तां तब यह देह बिनस कर जाई, तदों ये देह ही बिनस जाती है। सुनिया है ना, कोई आदमी ਉਹਨੂੰ ਕਿਸੇ ने दस दिता भी तू कल नूं मृतक हो जाना है, कल नूं तू शरीर त्याग देना है, बच जा जिवें बचिया जांदा ही। ते ਉਹ आप दे बचन वास्ते लगा तैयारी करन। ਉਹਨੇ घोड़ा लै लिया आपदा, बड़ी दूर लैके चला गया घोड़ा, अपने देश तो भी दूर निकल गया। सोचदा हुण तां मैं नहीं मरांगा। जिथे पहुँचिया ना, जांदियां जमदूत खड़े है। जमा ने आखिया, कह लगे असीं ते कल दे सोचते पए सी भी तेरा समा तो इत्थे नियत होया सी मरना, तू अपने देश विच सी, पर तैनूं समा अपने आप लै आया। सो जदों समा होए ना, जिथे जगह ते शरीर छड्डना है, मनुख उत्थे अपने आप चला जाता है। समा हिक के लै जाता है, काल हिक के लै जाता है। तो कहंदे जदों समा आए वो मनुख नूं बचा नहीं सकता कोई, कोई ना इसको राख सकाई, कोई नहीं रख सकता। कोई संबंधी, कोई मित्र, कोई वैद डॉक्टर, सारे कहणगे नहीं नहीं ये वाहिगुरू की अमानत है, साडा जोर नहीं। कोई भी मनुख भावें धन शौहरत नाल, भावें दुनियावी पदार्थ खरीद सके, पर कोई है ऐसा जिहड़ा आपदे प्राण दोबारा लैके दिखा देवे, दोबारा आपदे सवास मुड़ अमोलक जिहड़ी वस्त है खरीद सके, नहीं दे सकता कोई। ये अमोलक वस्त ये प्रभु दे कोल है। इस वास्ते जोर ना मरना जीवन, जिवें शब्द आपां पढ़दे हां, आखण जोर च पैल है जोर, जोर ना मंगण देर ना जोर, जोर ना जीवन मरण है जोर। ना साडे जीवन विच साडा जोर है, ना मरण विच साडा जोर है। इस वास्ते एक ना तीनों मह जे बिरत है, जे तिन्हां विचों एक भी रह गई है गल, जे समा नहीं आया हले, जां कर वो बीमारी नहीं लगी, जां कर वो जिहड़ी वस्त नाल जिहड़ी जगह ते शरीर त्यागना वो नहीं जुटिया, ये तिन्ने समय विचों एक भी बच जाए तां तन रखिया काल करत है। ਉਹਦੀ ਰੱਖਿਆ फिर काल आप करता है। तुसीं देखिया ही है, इतिहास अपने कोल है। ਜਿਹੜੀ इंदिरा गांधी जिहदी मौत ਉਹਦੇ सैनिकां कोलों होनी सी,
ਪਰ ਜਿੰਨਾ ਚਿਰ ਕਾਲ ਨੇ ਹੁਕਮ ਨਹੀਂ ਸੀ ਕੀਤਾ ਉਹ ਰੱਖਿਆ ਕਰਦੇ ਸੀ ਨਾਲ ਖੜ ਕੇ, ਉਹਦੇ ਬਾਡੀਗਾਰਡ ਸੀ। ਪਰ ਜਿੱਦਣ ਕਾਲ ਆਇਆ ਉਦੋਂ ਉਹ ਜਿਹੜੇ ਨਾਲ ਅੰਗ ਰੱਖਿਆ ਕਿ ਉਹਨਾਂ ਨੇ ਮਾਰ ਮੁਕਾਇਆ। ਸੋ ਇਸ ਤਰ੍ਹਾਂ ਜਿਹੜਾ ਕਾਲ ਹੈ ਨਾ, ਜਿੰਨਾ ਚਿਰ ਨਹੀਂ ਸਮਾਂ ਆਇਆ ਉਹਨਾਂ ਚਿਰ ਆਪ ਰੱਖਿਆ ਕਰਦਾ ਹੈ, ਪਰ ਜਦੋਂ ਸਮਾਂ ਆ ਜਾਏ ਉਹ ਹੀ ਰੱਖਿਆ ਕਰਨ ਵਾਲਾ ਹੀ ਮਾਰ ਦਿੰਦਾ ਹੈ। ਇਹ ਵਾਹਿਗੁਰੂ ਦਾ ਨਿਯਮ ਹੈ, ਇਸ 'ਤੇ ਕੋਈ ਬਚ ਨਹੀਂ ਸਕਦਾ। ਇਉਂ ਸੰਤੂਸ਼ਣ ਭਾ ਮਰਦਾਨਾ, ਇਹ ਬਾਲਾ ਜੀ ਨੇ ਜਿਹੜਾ ਇਹ ਅਲੌਕਿਕ ਐਸਾ ਬਚਨ ਮਰਦਾਨੇ ਤਾਂ ਹੀ ਸੰਬੋਧਨ ਕੀਤਾ ਅਤੇ ਮਰਦਾਨਾ ਸੁਣ ਕੇ ਚੁੱਪ ਹੋ ਗਿਆ। ਮਰਦਾਨੇ ਨੂੰ ਤਾਂ ਹੁਣ ਕੋਈ ਗੱਲ ਨਹੀਂ ਆ ਰਹੀ, ਮਰਦਾਨਾ ਸ਼ਾਂਤ ਹੋ ਕੇ ਬੈਠ ਗਿਆ। ਮੁਝ ਸੰਗ ਦੇਵੀ ਕਾਲ ਕਰਤ ਹੈ, ਤਾਂ ਫਿਰ ਦੱਸਦੇ ਹੈ ਮੁਝ ਸੰਗ ਦੇਵੀ ਭਵਨ ਭਿਆਨਾ। ਬਾਲਾ ਜੀ ਕਹਿਣ ਲੱਗੇ ਇਸ ਤਰ੍ਹਾਂ ਮੈਨੂੰ ਭਵਨ ਵਿਖੇ ਲੈ ਗਏ। ਉਹ ਜਿਹੜਾ ਰਾਜਾ ਸੀ ਉਹਦੇ ਸੈਨਿਕ ਮੈਨੂੰ ਉੱਥੇ ਲੈ ਗਏ ਜਿੱਥੇ ਬੜੀ ਤੇ ਅੱਗੇ ਜਾਨਵਰਾਂ ਨੂੰ ਮਾਰਦੇ ਸੀ, ਉੱਥੇ ਮੈਨੂੰ ਵੀ ਲੈ ਗਏ। ਸ਼੍ਰੀ ਗੁਰ ਆਪ ਤਾਂ ਚੱਲ ਆਏ। ਇੱਕ ਬੰਨੇ ਮੈਨੂੰ ਹੱਥ ਕੜੀਆਂ ਲਾਈਆਂ ਨੇ, ਬਾਲਾ ਜੀ ਕਹਿ ਰਹੇ ਨੇ, ਇੱਕ ਬੰਨੇ ਮੈਨੂੰ ਹੱਥ ਕੜੀਆਂ ਲਾਈਆਂ, ਮੈਨੂੰ ਫੜ ਕੇ ਲੈ ਜਾ ਰਹੇ ਨੇ। ਦੂਸਰੇ ਬੰਨੇ ਸਤਿਗੁਰੂ ਨਾਨਕ ਦੇਵ ਖੜੇ ਸਾਰਾ ਤਮਾਸ਼ਾ ਦੇਖਦੇ ਪਏ ਹੈ। ਕੀ ਸੋਚਦੇ ਹੋਣਗੇ ਮਹਾਰਾਜ, ਇਹ ਤਾਂ ਅਸੀਂ ਦੱਸ ਨਹੀਂ ਸਕਦੇ ਹਾਂ, ਪਰ ਚੁੱਪ ਹੈ ਮਹਾਰਾਜ। ਕੁਝ ਜਾਣਦੇ ਹੈ ਪਰ ਬੋਲ ਨਹੀਂ ਰਹੇ ਹੈ, ਚੁੱਪ ਕਰਕੇ ਦੇਖਦੇ ਸਾਰਾ ਕੁਛ। ਵਿਖੈ ਤਮਾਸ਼ੇ ਕਛ ਨਾ ਅਲਾਏ, ਤਮਾਸ਼ਾ ਦੇਖਦੇ ਪਏ ਹੈ। ਮਰਦਾਨਾ ਕੋਲ ਆ ਕੇ ਕਈ ਵਾਰ ਕਹਿ ਰਿਹਾ ਹੈ ਮਹਾਰਾਜ ਕੁਝ ਕਰੋ, ਹਾਂ ਆਪਣਾ ਬੰਦਾ ਮਾਰਿਆ ਜਾਵੇਗਾ, ਪਰ ਮਹਾਰਾਜ ਕੁਛ ਵੀ ਨਹੀਂ ਬੋਲਦੇ ਪਏ, ਚੁੱਪ ਕਰਕੇ ਦੇਖਦੇ ਹਨ। ਜਬ ਗੇ ਦੁਰਗਾ ਕੀਰ ਅਗਾਰੀ, ਜਿੱਥੇ ਦੁਰਗਾ ਦਾ ਮੰਦਰ ਹੈ ਜਦੋਂ ਉੱਥੇ ਪਹੁੰਚ ਗਏ ਤਾਂ ਫਿਰ ਕੀ ਹੋਇਆ। ਤਬ ਅਵਨੇਸ਼ਰ ਰਿਗ ਉਚਾਰੀ, ਤਦੋਂ ਅਵਨੇਸ਼ਰ ਜਿਹੜਾ ਅਵਨੀ ਈਸ਼ਰ ਕੀ ਹੈ ਭਾਵ ਧਰਤੀ ਦਾ ਰਾਜਾ, ਭਾਵ ਉਹ ਜਿਹੜਾ ਰਾਜਾ ਸੀ ਉਹਨੇ ਆਪਦੇ ਸੈਨਿਕਾਂ ਨੂੰ ਕਿਹਾ ਬੜੇ ਗੁੱਸੇ ਨਾਲ, ਵੀਰ ਰਸ ਵਿੱਚ ਆਖਣ ਲੱਗਾ ਇਸ ਮਾਨ ਕੋ ਭੇਟ ਝੜੀਜੈ। ਉਹਨੇ ਜਲਾਦਾਂ ਨੂੰ ਕਿਹਾ, ਕਹਿੰਦੇ ਇਹ ਜਲਾਦੋ ਇਹਨੂੰ ਫੜ ਕੇ ਭੇਟਾ ਕਰੋ ਚੰਡੀ ਦੇ ਅੱਗੇ, ਇਹਦੀ ਧੌਣ ਲਾ ਕੇ ਇਹਦੀ ਗਰਦਨ ਉਤਾਰ ਕੇ ਚੰਡੀ ਦੇ ਅੱਗੇ ਭੇਟਾ ਕਰ ਦਿਓ। ਵਰਦਾਨੀ ਸੋ ਪ੍ਰਸੰਨ ਕਰੀਜੈ, ਵਰਾਂ ਦੀ ਦਾਤੀ ਜਿਹੜੀ ਦੁਰਗਾ ਹੈ ਨਾ, ਅੱਜ ਆਪਾਂ ਨੇ ਪ੍ਰਸੰਨ ਕਰਨੀ ਹੈ। ਇਹ ਮਨੁੱਖ ਨੂੰ ਮਾਰ ਕੇ ਭੀਰ ਭੂਰ ਭੀ ਭਵਨ ਅਗਾਰੀ। ਬੜੇ ਲੋਕ ਤਮਾਸ਼ਾ ਵੇਖਣ ਵਾਲੇ ਖੜੇ ਸੀ, ਕਿਉਂਕਿ ਜਦੋਂ ਕੋਈ ਗਰੀਬ ਕਾਬੂ ਆ ਜਾਏ ਨਾ ਤੇ ਲੋਕੀ ਬਹੁਤ ਜਿਹੜੇ ਤਮਾਸ਼ਗਰੀ ਹੁੰਦੇ ਆ, ਕੋਈ ਛਡਾਉਂਦਾ ਥੋੜ੍ਹੀ ਆ ਕੇ, ਉਹ ਦੇਖਣ ਲੱਗ ਪੈਂਦੇ ਸਗੋਂ ਕਿ ਤਮਾਸ਼ਾ ਦੇਖਦੇ ਆ। ਬੜੀ ਧੂਪ ਜਿਹੜੀ ਭੀੜ ਲੱਗੀ ਹੋਈ ਆ, ਲੋਕ ਦੇਖ ਦੇਖ ਕੇ ਹੱਸਦੇ ਪਏ ਆ ਵੀ ਵੇਖੋ ਇਹ ਮਨੁੱਖ ਮਾਰਿਆ ਜਾਏਗਾ। ਲੋਕ ਸੋਚਦੇ ਅੱਜ ਦੇਖਦੇ ਆ ਬੰਦੇ ਦੀ ਧੌਣ ਭਲਾ ਕਿਵੇਂ ਲੱਥਦੀ ਹੈ। ਅੱਗੇ ਰੋਜ਼ ਬੱਕਰਿਆਂ ਦੀ ਧੌਣਾਂ ਲੱਥੀਆਂ ਦੇਖੀਆਂ ਨੇ, ਰੋਜ਼ ਸੰਡੇ ਮਰਦੇ ਦੇਖੇ ਹੈ, ਅੱਜ ਇਹ ਜਿਹੜਾ ਮਨੁੱਖ ਹੈ ਇਹਦੀ ਧੌਣ ਲੱਥਦੀ ਦੇਖਾਂਗੇ ਹੁਣ। ਕੌਤਕ ਅਵਲੋਕਤ ਨਰ ਨਾਰੀ, ਸਾਰੇ ਜਿਹੜੇ ਲੋਕ ਹੈ ਨਾ ਕੌਤਕ ਨੂੰ ਦੇਖਦੇ ਪਏ ਹੈ, ਇਹ ਤਮਾਸ਼ਾ ਦੇਖਦੇ ਹਨ ਸਾਰੇ। ਖੈਂਚ ਲਈ ਇੱਕ ਮਨਜ ਕਿਰਪਾਨਾ, ਇੰਨੇ ਨੂੰ ਇੱਕ ਮਨੁੱਖ ਨੇ ਜਿਹੜਾ ਜਲਾਦ ਸੀ ਉਹਨੇ ਆਪਣੇ ਨਿਆਮ 'ਚੋਂ ਕਿਰਪਾਨ ਕੱਢ ਲਈ ਆਪਣੀ, ਬਾਲਾ ਜੀ ਨੂੰ ਮਾਰਨੇ ਵਾਸਤੇ। ਚਮਕੀ ਦੇਖ ਡਰਿਓ ਮਰਦਾਨਾ, ਕਿਰਪਾਨ ਦੀ ਜਿਹੜੀ ਧਾਰ ਸੀ ਨਾ ਬਹੁਤ ਜ਼ਿਆਦਾ ਤਿੱਖੀ ਸੀ। ਇਹ ਤੇਜ਼ ਧਾਰ ਕਿਰਪਾਨ ਨੂੰ ਦੇਖ ਕੇ ਮਰਦਾਨਾ ਤਾਂ ਬਹੁਤ ਡਰ ਗਿਆ। ਮਰਦਾਨਾ ਦੇਖਦਾ ਪਿਆ ਕਿ ਬਾਲਾ ਨਹੀਂ ਬਚੇਗਾ, ਅੱਜ ਜ਼ਰੂਰ ਮਰੇਗਾ, ਅੱਜ ਨਹੀਂ ਬਚਾਉਣ ਵਾਲਾ ਲੱਗਦਾ ਕੋਈ ਇੱਥੇ। ਸਤਿਗੁਰੂ ਵੀ ਬੋਲ ਨਹੀਂ ਰਹੇ ਪਏ ਹੈ, ਤਾਂ ਇਹ ਸੋਚ ਕੇ ਮਰਦਾਨਾ ਬੜਾ ਡਰ ਗਿਆ। ਸੰਗ ਰਹਿਣ ਵਾਰੂ ਪ੍ਰਭ ਤੇਰੇ, ਫਿਰ ਸਤਿਗੁਰਾਂ ਦੇ ਚਰਨ ਫੜ ਲਿਆ ਕਿ ਮਰਦਾਨਾ ਜੀ ਨੇ ਕਹਿਣ ਲੱਗੇ ਇਹ ਸਤਿਗੁਰੂ ਜੀ, ਇਹ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਜੀ ਤੁਹਾਡਾ ਸੰਗੀ ਬਾਲਾ ਮਹਾਰਾਜ ਜੀਓ, ਰੱਖਿਆ ਆਪ ਕਰੋ ਇਹ ਬੇਰੇ। ਮਹਾਰਾਜ ਤੁਹਾਡਾ ਸਾਥੀ ਹੈ, ਮਹਾਰਾਜ ਤੁਹਾਨੂੰ ਲੱਗਦਾ ਚੇਤਾ ਭੁੱਲ ਗਿਆ, ਇਹ ਤੁਹਾਡਾ ਮਿੱਤਰ ਹੈ, ਸਖਾ ਹੈ, ਜਿਹਨੂੰ ਤੁਸੀਂ ਕਹਿੰਦੇ ਸੀ ਵੀ ਤੂੰ ਮੇਰਾ ਭਰਾ ਹੈ। ਮਹਾਰਾਜ ਮਾਰਿਆ ਜਾਵੇਗਾ, ਅੱਜ ਬਚਾ ਲਓ ਕਿਰਪਾ ਕਰਕੇ। ਤੇਸ਼ਨ ਕ੍ਰੋਧ ਕਾਲ ਕਾ ਕੜਕੀ, ਹਾਲੇ ਬਚਨ ਕਰਦੇ ਪਏ ਸੀ। ਜਿਹੜੀ ਦੁਰਗਾ ਦੀ ਮੂਰਤ ਬਣੀ ਸੀ ਨਾ, ਉਹ ਮੂਰਤ ਵਿੱਚੋਂ ਦੁਰਗਾ ਪ੍ਰਤੱਖ ਸਾਖਸ਼ਾਤ ਪ੍ਰਗਟ ਹੋ ਗਈ। ਤਾਂ ਫਿਰ ਕੀ ਹੋਇਆ, ਜਿਹੜੀ ਦੁਰਗਾ ਨੂੰ ਲੋਕੀ ਮੱਥਾ ਟੇਕਦੇ ਸੀ ਨਾ, ਹੁਣ ਜਦੋਂ ਉਹ ਦੁਰਗਾ ਪ੍ਰਤੱਖ ਪ੍ਰਗਟ ਹੋ ਗਈ ਤਾਂ ਭੀੜ ਭੂਰ ਮੇਲੇ ਕੀ ਭੜਕੀ। ਇਹ ਲੋਕ ਦੇਖ ਕੇ ਦੰਗ ਰਹਿ ਗਏ।
ਕਹਿਣ ਲੱਗੇ ਇਹ ਮੂਰਤ ਕਿਵੇਂ ਚੱਲ ਪਈ ਹੈ। ਉਹ ਮੂਰਤੀ ਵਿੱਚੋਂ ਦੁਰਗਾ ਪ੍ਰਗਟ ਹੋ ਗਈ, ਬੜੇ ਗੁੱਸੇ ਨਾਲ ਲਾਲ ਪੀਲੀ ਹੋ ਕੇ। ਦੁਰਗਾ ਜਦੋਂ ਸਾਹਮਣੇ ਆਈ ਤਾਂ ਪ੍ਰਗਟੀ ਚੰਡ ਪ੍ਰਚੰਡ ਭਿਆਨਾ। ਦੁਰਗਾ ਦਾ ਮੁਖ ਕਾਲੇ ਰੰਗ ਦਾ, ਲਾਲ ਉਹਦੀ ਜ਼ਬਾਨ ਬਾਹਰ ਦਿਖਦੀ ਪਈ ਹੈ। ਇਹ ਡਰਾਵਨਾ ਚਿਹਰਾ ਦੇਖ ਕੇ ਤਾਂ ਲੋਕ ਭੱਜਣ ਲੱਗੇ ਹੈ ਜਾਨ ਬਚਾਉਣ ਵਾਸਤੇ। ਦੇਹ ਨਰ ਕਰਤੇ ਸ਼ੀਨ ਕਿਰਪਾਨਾ। ਜਿਹੜੇ ਜਲਾਦ ਨੇ ਕਿਰਪਾਨ ਫੜੀ ਸੀ ਨਾ ਬਾਲਾ ਜੀ ਨੂੰ ਮਾਰਨੇ ਵਾਸਤੇ, ਉਹ ਚੰਡੀ ਨੇ ਕਿਰਪਾਨ ਉਹਦੇ ਕੋਲੋਂ ਖੋਹ ਲਈ ਹੈ। ਮਨੁੱਖ ਤਾਂ ਡਰਦਾ ਹੀ ਰਹਿ ਗਿਆ, ਬੋਲ ਹੀ ਨਾ ਸਕਿਆ ਕੁਛ। ਫਿਰ ਤਾਂ ਉਹ ਜਿਹੜੀ ਕਿਰਪਾਨ ਹੈ ਚੰਡੀ ਨੇ ਖੋਹ ਕੇ ਉਤੋਂ ਨਰੇਸ਼ ਠਾਂਡ ਜਿਹ ਠਾਈ, ਜਿਹੜੀ ਜਗ੍ਹਾ 'ਤੇ ਉਹ ਰਾਜਾ ਬੈਠਾ ਸੀ ਨਾ, ਜਿੱਥੇ ਖੜਿਆ ਸੀ ਉਹ ਆਪ ਦੇ ਤਖਤੇ 'ਤੇ, ਉੱਥੋਂ ਫਿਰ ਇਹ ਚੰਡੀ ਗਈ ਜਾਏ ਤਾਹੇ ਕੇ ਕੰਠ ਲਗਾਈ। ਜਾਂਦੇ ਸਾਰ ਜਿਹੜੀ ਕਿਰਪਾਨ ਹੈ ਨਾ, ਉਹ ਰਾਜੇ ਦੀ ਗਰਦਨ ਨੂੰ ਛੋਹ ਦਿੱਤੀ ਹੈ। ਜਾ ਕੇ ਉਹਦੀ ਧੌਣ ਨੂੰ ਉਹ ਜਿਹੜੀ ਕਿਰਪਾਨ ਛੁਹਾ ਦਿੱਤੀ। ਤਤ ਛਿਨ ਨਰ ਧਰ ਤੇ ਸਿਰ ਗਰ ਭਰਿਆ। ਉਸੇ ਵੇਲੇ ਕਿਰਪਾਨ ਹਲੇ ਛੁਹਾਈ ਹੈ, ਝੜਕ ਕੇ ਉਸੇ ਵੇਲੇ ਜਿਹੜੀ ਦੀ ਗਰਦਨ ਹੈ ਨਾ ਰਾਜੇ ਦੀ, ਉਹ ਥੱਲੇ ਸੁੱਟ ਦਿੱਤੀ ਹੈ। ਕਿਵੇਂ ਸੁੱਟੀ ਹੈ ਗਰਦਨ, ਇਹ ਦੱਸਦੇ ਹਨ। ਜਨ ਸ਼ਾਖਾ ਤੇ ਵੇਲ ਕਿਨ ਹਰਿਆ। ਜਿਵੇਂ ਕਿਸੇ ਸ਼ਾਖਾ ਤੋਂ ਕੋਈ ਕੱਦੂ ਲਾਇਆ ਹੈ, ਜਿਵੇਂ ਕੋਈ ਵੇਲ ਤੋਂ ਕੱਦੂ ਸੁੱਟੀ ਦਾ ਹੈ ਨਾ ਲਾ ਕੇ, ਇਉਂ ਉਹਦੀ ਗਰਦਨ ਉਤਾਰ ਕੇ ਥੱਲੇ ਸਿੱਟ ਦਿੱਤੀ ਹੈ ਚੰਡੀ ਨੇ। ਇਹ ਜੋ ਕੌਤਕ ਦੇਖ ਕੇ ਬਾਕੀ ਦੇ ਮਨੁੱਖ ਤਾਂ ਸਾਰੇ ਡਰ ਗਏ। ਸਰੋਨਤ ਚੱਲਿਓ ਗਿਰਿਓ ਨ੍ਰਿਪ ਧਰਨੀ। ਉੱਥੇ ਫਿਰ ਕਹਿਣ ਲੱਗੇ ਰਾਜੇ ਦਾ ਜਿਹੜਾ ਖੂਨ ਹੈ ਨਾ, ਉਹਦੀਆਂ ਤੁਧਾਰੀਆਂ ਵਗ ਗਈਆਂ, ਬਹੁਤ ਜ਼ਿਆਦਾ ਖੂਨ ਚੱਲਣ ਲੱਗਾ ਉੱਥੇ। ਤੁਸੀਂ ਦੇਖਿਆ ਹੋਏਗਾ ਜਦੋਂ ਕੋਈ ਬੱਕਰੇ ਨੂੰ ਵੱਢਦਾ ਹੈ ਅਤੇ ਖੂਨ ਕਿਵੇਂ ਚੱਲਦਾ ਹੈ। ਸੋ ਇਸ ਤਰ੍ਹਾਂ ਉਹ ਖੂਨ ਦੀਆਂ ਤਧੀਰੀਆਂ ਵਗ ਗਈਆਂ, ਬਹੁਤ ਜ਼ਿਆਦਾ ਖੂਨ ਵਗਿਆ। ਭਾਗੇ ਲੋਕ ਪਿਖਤ ਅਸ ਕਰਨੀ। ਲੋਕ ਇਹ ਕੌਤਕ ਦੇਖ ਕੇ ਭੱਜ ਗਏ। ਜਿਹੜੇ ਰਾਜੇ ਕਰਕੇ ਲੋਕ ਇਕੱਠੇ ਹੋਏ ਸੀ ਨਾ, ਉਹ ਹੁਣ ਰਾਜਾ ਹੀ ਮਾਰਿਆ ਗਿਆ। ਇਹ ਦੇਖ ਕੇ ਸਾਰੇ ਲੋਕ ਭੱਜ ਗਏ। ਰਹਿਓ ਨ ਕੋ ਨਰ ਤੇ ਖਾਨਾ। ਬਾਲਾ ਜੀ ਕਹਿ ਲੱਗੇ ਉੱਥੇ ਕੋਈ ਮਨੁੱਖ ਨਹੀਂ ਸੀ ਰਹਿ ਗਿਆ, ਸਾਰੇ ਲੋਕ ਜਾਨ ਬਚਾਉਣ ਵਾਸਤੇ ਭੱਜ ਗਏ ਵੀ ਚੰਡੀ ਹੁਣ ਕੜਕੀ ਹੈ, ਪਤਾ ਨਹੀਂ ਕਿਹਦੇ ਦੁਆਲੇ ਹੋ ਜਾਣਾ ਹੈ। ਇਹ ਸੋਚ ਕੇ ਸਾਰੇ ਭੱਜਣ ਲੱਗੇ। ਪਿਖਤ ਸ਼੍ਰੀ ਮੈਂ ਸ਼੍ਰੀ ਗੁਰ ਮਰਦਾਨਾ। ਤਿੰਨੋਂ ਮੈਂ ਸ਼੍ਰੀ ਗੁਰ ਮਰਦਾਨਾ। ਇਸ ਤਰ੍ਹਾਂ ਮੈਂ, ਮਰਦਾਨਾ ਅਤੇ ਸਤਿਗੁਰੂ ਅਸੀਂ ਤਿੰਨੋਂ ਹੀ ਰਹਿ ਗਏ, ਬਾਕੀ ਸਾਰੇ ਚਲੇ ਗਏ। ਤੇ ਸ਼੍ਰੀ ਚੰਡੀ ਕੇ ਸਾਥਾ। ਤਦੋਂ ਸਤਿਗੁਰੂ ਜੀ ਨੇ ਫਿਰ ਚੰਡੀ ਨੂੰ ਪੁੱਛਿਆ ਹੈ, ਇਹ ਚੰਡੀ ਦੇਵੀ ਤੂੰ ਇਹ ਕਿਉਂ ਕੀਤਾ। ਬਚਨ ਭੰਨਿਓ ਇਸ ਬਿਦ ਜਗਨਾਥਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਹ ਚੰਡੀ, ਇਹ ਜੋ ਤੂੰ ਕੌਤਕ ਕੀਤਾ ਹੈ, ਇਹਦਾ ਕੀ ਕਾਰਨ ਹੈ, ਸਾਨੂੰ ਨਹੀਂ ਸਮਝ ਲੱਗਾ। ਭੂਪਤ ਸੇਵਕ ਹੁਤੋ ਤੁਮਾਰਾ। ਅਸੀਂ ਤੇ ਦੇਖਦੇ ਪਏ ਹਾਂ, ਇਹ ਰਾਜਾ ਤੇ ਤੇਰਾ ਸੇਵਕ ਸੀ, ਤੇਰੀ ਪੂਜਾ ਕਰਦਾ ਸੀ, ਤੇਰਾ ਮਹਾਨ ਉਪਾਸ਼ਕ ਸੀ, ਫਿਰ ਇਹ ਤੂੰ ਕਿਉਂ ਕੀਤਾ। ਬਾਲੇ ਕੋ ਬਚਾਏ ਸੋ ਮਾਰਾ। ਤੂੰ ਸਾਡੇ ਮਿੱਤਰ ਬਾਲੇ ਨੂੰ ਬਚਾ ਲਿਆ, ਉਹ ਰਾਜੇ ਨੂੰ ਮਾਰ ਦਿੱਤਾ, ਇਹ ਕੀ ਕਾਰਨ ਹੋਇਆ। ਫਿਰ ਉਹ ਚੰਡੀ ਜਿਵੇਂ ਦੱਸੇਗੀ ਸਾਰੀ ਵਾਰਤਾ ਆਪਾਂ ਅੱਗੇ ਸੁਣਾਂਗੇ। ਉਹ ਵਿਚਾਰਾਂ ਕਰਦਿਆਂ ਬਿਨ ਭੁੱਲਾਂ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਣਹਾਰੇ ਕਿਰਪਾ ਕਰਕੇ ਸਾਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣ ਦੀ ਸਮਤਾ ਬਖਸ਼ਣ। ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ। ਵਿਚਾਰਾਂ ਕਰਦਿਆਂ ਬਿਨ ਭੁੱਲਾਂ ਦੀ ਖਿਮਾ। ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਪ ਜੀ ਆਪਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਪ੍ਰਤੀ, ਸਤਿਗੁਰ ਜੀ ਦਾ ਜਸ ਸੁਣਨ ਵਾਸਤੇ ਆਏ। ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ। ਤਿਹ ਛਿਨ ਸ਼੍ਰੀ ਚੰਡੀ ਕੇ ਸਾਥਾ। ਬਚਨ ਭੰਨਿਓ ਇਸ ਬਿਦ ਜਗਨਾਥਾ। ਭੂਪਤ ਸੇਵਕ ਹੁਤੋ ਤੁਮਾਰਾ। ਬਾਲੇ ਕੋ ਬਚਾਏ ਸੋ ਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।